ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿਗੋਬਿੰਦ ਸੁਮਤ ਪਰ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਰ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰਾ ਸਤਿਗੁਰੂ ਸਾਧ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸਨ ਸੋਏ ਦੋਹਰਾ ਬਾਨੀ ਕੁੰਦ ਇੰਦੂ ਅਪਰਨੀ ਪਰਨੀ ਨਾਗ ਬਿਗਨ ਗਨ ਹਰਨੀ ਅਰਨੀ ਕਰੇ ਆਨੰਦ ਉਸਰਨੀ ਸ਼ਰਨੀ ਪਰੇ ਕਲੇਸ਼ ਨਿਵਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਸਦਕਾ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ। ਆਓ ਲੜੀਵਾਰ ਇਤਿਹਾਸ ਦੇ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰ ਸਰਵਣ ਕਰ ਰਹੇ ਹਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ, ਜਿਨ੍ਹਾਂ ਨੇ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੀ ਕਿਰਪਾ ਦਾ ਸਦਕਾ ਦਸਾਂ ਗੁਰੂਆਂ ਦੇ ਇਤਿਹਾਸ ਨੂੰ ਛੰਦਾਬੰਦੀ ਵਿੱਚ ਕਰਕੇ ਸੰਗਤ ਦੀ ਝੋਲੀ ਪਾਇਆ ਔਰ ਜੋ ਪਿਛਲੇ ਕਈ ਮਹੀਨਿਆਂ ਤੋਂ ਲੈ ਕਰਕੇ ਲਗਭਗ 4-5 ਸਾਲਾਂ ਤੋਂ ਲੈ ਕਰਕੇ ਕਥਾ ਆਰੰਭ ਕੀਤੀ ਹੋਈ ਹੈ, ਲਗਭਗ ਸਮਾਪਤੀ 'ਤੇ ਪਹੁੰਚੀ ਆ। ਔਰ ਪਿਛਲੇ ਦਿਨੀ ਆਪਾਂ ਮਾਤਾ ਸੁੰਦਰ ਕੌਰ ਜੀ ਦਾ ਚਲਾਣਾ, ਪਰਮੇਸ਼ਰ ਵਿੱਚ ਭੇਦ ਹੋਣਾ, ਅਨੰਦਪੁਰ ਸਾਹਿਬ ਜੀ ਦਾ ਦੁਬਾਰਾ ਵਸਣਾ ਔਰ ਇਹ ਵਿਚਾਰਾਂ ਸਰਵਣ ਕਰ ਰਹੇ ਸੀ। ਉਪਰੰਤ ਮੰਗਲਾਚਰਨ ਭਾਈ ਸਾਹਿਬ ਜੀ ਗੁਰੂਆਂ ਦੀ ਸਿਫਤ ਕਰਦੇ ਹੋਏ ਲਿਖਦੇ ਹਨ ਔਰ ਨਾਲ ਹੀ ਇਸ ਪਵਿੱਤਰ ਕਥਾ ਦੀ ਮਹਿਮਾ ਵੀ ਕਰਦੇ ਹਨ। ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਜੋ ਵਰਣੀ ਭਾਵ ਵਰਣਨ ਕੀਤੀ ਹੈ ਸੁੰਦਰ ਕਥਾ ਗੁਰੂਆਂ ਦੇ ਇਤਿਹਾਸ ਦੀ, ਸਾਡੇ ਵਿਘਨਾਂ ਨੂੰ ਹਰਨ ਵਾਲੀ, ਸਾਡੇ ਦੁੱਖਾਂ ਦਾ ਖਾਤਮਾ ਕਰਨ ਵਾਲੀ ਹੈ। ਆਓ ਇਹਨਾਂ ਮੰਗਲ ਚਰਨਾਂ ਨੂੰ ਅੱਗੇ ਆਰੰਭ ਕਰਕੇ ਸਰਵਣ ਕਰਦੇ ਹਾਂ ਕਿਸ ਤਰ੍ਹਾਂ ਭਾਈ ਸਾਹਿਬ ਜੀ ਉਸ ਪਰਮੇਸ਼ਰ ਦਾ, ਗੁਰੂਆਂ ਦਾ ਔਰ ਆਪਣੇ ਅਰਾਧਿਆ ਦੇ ਧੰਨਵਾਦ ਸ਼ੁਕਰੀਆ ਕਰਦੇ ਹਨ ਕਿ ਇਹ ਜੋ ਕਥਾ ਸਤਿਗੁਰ ਨੇ ਕਿਰਪਾ ਕਰਕੇ ਮੈਨੂੰ ਸੌਂਪੀ ਅਤੇ ਕਿਵੇਂ ਗੁਰੂ ਨੇ ਕਿਰਪਾ ਕਰਕੇ ਸੰਪੂਰਨ ਕਰਵਾਈ। ਆਰੰਭ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਪਰਨੀ ਕੁੰਦ ਇੰਦੂ ਅਪਰਨੀ ਭਰਨੀ ਨਾਗ ਬਿਗਨ ਕਨ ਅਰਨੀ। ਭਾਈ ਸਾਹਿਬ ਸੰਤੋਖ ਸਿੰਘ ਜੀ ਕਵੀ ਇਸ ਕਥਾ ਦੀ ਮਹਿਮਾ ਕਰਦੇ ਹਨ
ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ। ਦਸਵੇਂ ਪ੍ਰੀਤਮ ਵੀ ਕਹਿੰਦੇ ਹਨ ਕਿ ਜਦੋਂ ਅਸੀਂ ਇਤਿਹਾਸ ਨੂੰ ਗੁਰਬਾਣੀ ਨੂੰ ਵਿਚਾਰਾਂਗੇ ਤਾਂ ਸਾਡੀ ਜਿਹੜੀ ਹੈ ਮਾਈਂਡ ਬਦਲ ਜਾਵੇਗਾ, ਅਸੀਂ ਸਿੱਧੇ ਰਸਤੇ ਪੈ ਜਾਵਾਂਗੇ, ਫਿਰ ਦੁੱਖ ਕਿਵੇਂ ਆਉਣਗੇ। ਸਾਇੰਟੀਫਿਕ ਗੱਲ ਆ। ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨ ਆਵੈ। ਐਸੇ ਹੀ ਭਾਈ ਸੰਤੋਖ ਸਿੰਘ ਕਵੀ ਕਹਿੰਦੇ ਜੋ ਵਰਣਨ ਕੀਤੀ ਹੈ ਕੁੰਦ ਭਾਵ ਕੁੰਦ ਦੇ ਸਵੈਤ ਫੁੱਲਾਂ ਵਰਗੀ ਭਾਵ ਪਵਿੱਤਰ ਕਥਾ ਗੁਰੂਆਂ ਦੀ ਹੈ, ਜੋ ਆ ਭਰਨੀ ਸਾਡੇ ਵਿੱਚ ਰੰਗ ਭਰਨ ਵਾਲੀ ਸ਼ੋਭਾ ਭਰਨ ਵਾਲੀ ਹੈ। ਨਾਗ ਵਿਘਨ ਗਨ ਹਰਨੀ, ਨਾਗ ਹੁੰਦੇ ਆ ਸੱਪ, ਸੱਪਾਂ ਰੂਪੀ ਵਿਘਨਾਂ ਨੂੰ ਹਰਨ ਵਾਲੀ ਹੈ। ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਵਿਘਨਾਂ ਨੂੰ ਇਹ ਕਥਾ ਦੂਰ ਕਰਨ ਵਾਲੀ ਹੈ। ਹੁਣ ਕਥਾ ਕਿਵੇਂ ਦੂਰ ਕਰਦੀ ਹੈ? ਕਥਾ ਅਸੀਂ ਸੁਣੀ, ਕਥਾ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਡਾ ਮਾਰਗਦਰਸ਼ਨ ਕੀਤਾ। ਜੇ ਉਸ ਮਾਰਗ 'ਤੇ ਚੱਲ ਪਏ ਵਿਘਨ ਆਉਣੇ ਹੀ ਨਹੀਂ। ਤਾਂ ਇਸ ਕਰਕੇ ਅਸੀਂ ਇਤਿਹਾਸ ਦੀ ਲੜੀਵਾਰ ਕਥਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰਵਣ ਕਰ ਰਹੇ ਹਾਂ ਔਰ ਅੰਮ੍ਰਿਤ ਵੇਲੇ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਆ। ਭਾਈ ਸਾਹਿਬ ਜੀ ਕਹਿੰਦੇ ਇਹ ਪਵਿੱਤਰ ਕਥਾ ਸਾਡੇ ਦੁੱਖਾਂ ਵਿਘਨਾਂ ਨੂੰ ਦੂਰ ਕਰਨ ਵਾਲੀ ਹੈ। ਅਰਨੀ ਕਰੇ ਆਨੰਦ ਉਸਰਨੀ, ਸ਼ਰਨੀ ਪਰੇ ਕਲੇਸ਼ ਨਿਵਰਨੀ। ਔਰ ਅਰਨੀ ਕਰੇ ਆਨੰਦ ਉਸਰਨੀ, ਸਾਡੇ ਜੀਵਨ ਵਿੱਚ ਆਨੰਦ ਪੈਦਾ ਕਰਨ ਵਾਲੀ ਹੈ। ਜਿਹੜਾ ਇਸ ਗੁਰੂ ਦੀ ਸ਼ਰਨ ਵਿੱਚ ਆ ਗਿਆ ਉਹਨਾਂ ਦੇ ਕਲੇਸ਼ਾਂ ਨੂੰ ਨਿਵਾਰਨ ਕਰਦੀ ਹੈ। ਹਰੀ ਸਿਮਰ ਕਤ ਪੂਰਨ ਕਰੀ, ਕਰੀ ਕੋ ਲਖ ਕੋ ਬਾਗਨ ਕਰੀ। ਭਾਈ ਸਾਹਿਬ ਜੀ ਕਹਿੰਦੇ ਹਰੀ ਨੂੰ ਸਿਮਰ ਸਿਮਰ ਕੇ ਕਥਾ ਪੂਰੀ ਕੀਤੀ ਹੈ। ਕਿਸੇ ਕੰਮ ਨੂੰ ਵਿੱਢ ਲਈਏ ਨਾ ਤੇ ਉਸ ਨੂੰ ਵਾਰ-ਵਾਰ ਬੰਦਾ ਸ਼ੁਕਰੀਆ ਹੀ ਕਰਦਾ ਰਹਿੰਦਾ ਪਰਮੇਸ਼ਰ ਦਾ ਕਿ ਪੂਰਾ ਹੋ ਜਾਵੇ। ਬੱਚੀ ਦਾ ਵਿਆਹ ਵੀ ਰੱਖ ਲਿਆ ਜਾਵੇ ਨਾ ਤਾਂ ਗੁਰੂ ਪਿਆਰਿਓ ਜਿੰਨਾ ਚਿਰ ਉਹ ਕਾਰਜ ਸੰਪੂਰਨ ਨਹੀਂ ਹੁੰਦਾ, ਸਿੱਖ ਜਾਂ ਪਰਿਵਾਰ ਜਾਂ ਮਾਤਾ ਪਿਤਾ ਵਾਰ-ਵਾਰ ਅਰਦਾਸਾਂ ਹੀ ਕਰਦੇ ਰਹਿੰਦੇ ਆ ਮਹਾਰਾਜ ਕੋਈ ਵਿਘਨ ਨਾ ਪਵੇ। ਤੇ ਭਾਈ ਸੰਤੋਖ ਸਿੰਘ ਜੀ ਕਵੀ ਵੀ ਕਹਿੰਦੇ ਆ ਮਹਾਰਾਜ ਜਿਹੜੀ ਮੈਂ ਕਥਾ ਆਰੰਭ ਕਰ ਲਈ ਹੈ ਕਿਰਪਾ ਕਰਕੇ 10 ਗੁਰੂਆਂ ਤੱਕ ਪੂਰੀ ਕਰਵਾ ਲਿਓ, ਕੋਈ ਵਿਘਨ ਨਾ ਆਵੇ ਜ਼ਿੰਦਗੀ ਦੇ ਵਿੱਚ, ਮੈਨੂੰ ਪੂਰਾ ਸਮਾਂ ਬਖਸ਼ ਦਿਓ ਤਾਂ ਕਿ ਮੈਂ ਕਥਾ ਪੂਰੀ ਕਰ ਸਕਾਂ। ਸੰਤੋਖ ਸਿੰਘ ਜੀ ਕਵੀ ਕਹਿੰਦੇ ਹਰੀ ਨੂੰ ਸਿਮਰ ਸਿਮਰ ਕੇ ਇਹ ਕਥਾ ਜੋ ਆਰੰਭ ਕੀਤੀ ਸੀ, ਕਰੀ ਕਲਹ ਕੋ ਬਾਗਨ ਪਰੀ, ਜਿਹੜੀ ਸਾਡੇ ਵਿਕਾਰਾਂ ਰੂਪੀ ਕਾਲਸ ਨੂੰ ਦੂਰ ਕਰਨ ਵਾਲੀ ਹੈ। ਜਿਵੇਂ ਹਾਥੀ ਦੇ ਉੱਤੇ ਸ਼ੇਰ ਹਮਲਾ ਕਰੇ ਤੇ ਸ਼ੇਰ ਹਾਥੀ ਨੂੰ ਮਾਰ ਲੈਂਦਾ। ਜਿਵੇਂ 10ਵੇਂ ਪਾਤਸ਼ਾਹ ਜੀ ਕੀ ਕਹਿੰਦੇ ਹਨ, ਇੱਕ ਦਿਨ ਸੂਈਆਂ ਨੇ ਆ ਕੇ ਦੱਸਿਆ ਮਹਾਰਾਜ ਪਤਾ ਲੱਗਿਆ ਕਿ ਆਪਣੇ ਕਿਲੇ ਦਾ ਗੇਟ ਤੋੜਨ ਵਾਸਤੇ ਕੇਸਰੀ ਚੰਦ ਰਾਜਾ ਇੱਕ ਹਾਥੀ ਨੂੰ ਮਸਤ ਕਰਕੇ ਲਿਆ ਰਿਹਾ ਹੈ ਔਰ ਉਹ ਹਾਥੀ ਕਹਿੰਦੇ ਕਿਲੇ ਦਾ ਗੇਟ ਤੋੜੇਗਾ ਔਰ ਆਪਣੇ ਅੰਦਰ ਵੜਨਗੇ ਕਿਲੇ ਦੇ। ਪਾਤਸ਼ਾਹ ਕਹਿੰਦੇ ਫਿਰ ਕੀ ਹੋਇਆ, ਆਪਣੇ ਕੋਲੇ ਵੀ ਹਾਥੀ ਹੈਗਾ, ਫਿਕਰ ਨਾ ਕਰੋ। ਕਿਹੜਾ ਹਾਥੀ ਹੈ ਜੀ? ਆ ਦੁਨੀ ਚੰਦ। ਦੁਨੀ ਚੰਦ ਵੱਲ ਇਸ਼ਾਰਾ ਕੀਤਾ, ਬੜਾ ਪੇਟੂ ਸੀਗਾ, 2.5 ਸ਼ੇਰ 3-3 ਸ਼ੇਰ ਦੇ ਇਕੱਲਾ ਹੀ ਖਾ ਜਾਂਦਾ ਸੀ ਉਹਨਾਂ ਦਿਨਾਂ 'ਚ, ਪਰ ਦਿਲ ਦਾ ਬੜਾ ਹੀ ਕਮਜ਼ੋਰ ਨਿਕਲਿਆ। ਜਦੋਂ ਪਾਤਸ਼ਾਹ ਨੇ ਹਾਥੀ ਨਾਲ ਟਾਕਰਾ ਕਰਨ ਦੀ ਗੱਲ ਕੀਤੀ ਤਾਂ ਗੁਰੂ ਪਿਆਰਿਓ ਉਸ ਵੇਲੇ ਜਦੋਂ ਇਹ ਗੱਲ ਕੀਤੀ ਤੇ ਦੁਨੀ ਚੰਦ ਘਬਰਾ ਗਿਆ। ਸਾਰੇ ਸਿੱਖਾਂ ਨੂੰ ਬੇਨਤੀ ਕਰਦਾ, ਭਾਈ ਪੰਜ ਪਿਆਰੇ ਭਾਈ ਦਇਆ ਸਿੰਘ ਹੋਰਾਂ ਨੂੰ ਬੇਨਤੀ ਕਰਦਾ ਵੀ ਜੇ ਗੁਰੂ ਸਾਹਿਬ ਨੂੰ ਸਮਝਾਓ। ਹੁਣ ਇਹਨਾਂ ਨੂੰ ਕੌਣ ਸਮਝਾਵੇ? ਗੁਰੂ ਸਾਹਿਬ ਨੂੰ ਉਹ ਤਾਂ ਸਭ ਸਮਝੇ ਹੋਏ, ਤਾਂ ਸਾਨੂੰ ਸਮਝਾਉਂਦੇ ਆ। ਮਹਾਰਾਜ ਨੂੰ ਕਹੋ ਯਾਰ ਬੰਦਾ ਕਿਤੇ ਲੜ ਸਕਦਾ ਹਾਥੀ ਨਾਲ? ਮੈਂ ਨਹੀਂ ਲੜ ਸਕਦਾ ਗਾ। ਸਾਰਿਆਂ ਨੇ ਬੜਾ ਸਮਝਾਇਆ ਬਈ ਤੂੰ ਫਿਕਰ ਨਾ ਕਰ, ਤੈਨੂੰ ਤਾਂ ਵਡਿਆਈ ਦੇਣੀ ਆ, ਤੈਨੂੰ ਵਡਿਆਈ ਦੇਣੀ ਆ, ਕੰਮ ਗੁਰੂ ਸਾਹਿਬ ਦਾ ਆਪਣਾ ਹੀ ਆ। ਪਰ ਉਹਦਾ ਦਿਲ ਨਾ ਟਿਕਿਆ। ਜਿਉਂ ਤੜਕੇ ਤੋਂ ਲੱਗਿਆ ਕੱਲ੍ਹ ਨੂੰ ਆਉਣਾ ਨਾ ਹਾਥੀ ਨੇ, ਅੱਜ ਸਾਰਾ ਦਿਨ ਆਥਣ ਤੱਕ ਕਦੇ ਕਿਸੇ ਸਿੰਘ ਕੋਲੇ ਕਦੇ ਕਿਸੇ ਸਿੰਘ ਕੋਲੇ, ਭਾਈ ਦਇਆ ਸਿੰਘ ਹੋਰਾਂ ਕੋਲੇ, ਭਾਈ ਮਾਨ ਸਿੰਘ ਹੋਰਾਂ ਕੋਲੇ ਜਾ ਕੇ ਬੇਨਤੀਆਂ ਕਰਦਾ, ਯਾਰ ਬੇਨਤੀ ਕਰੋ ਵੀ ਮੈਂ ਨਹੀਂ ਲੜ ਸਕਦਾ, ਕਿਸੇ ਹੋਰ ਦੀ ਡਿਊਟੀ ਲਾਉਣ। ਸਿੰਘਾਂ ਨੇ ਕਿਹਾ ਵੀ ਜੋ ਗੁਰੂ ਸਾਹਿਬ ਨੇ ਕਹਿਤਾ ਉਹਨੂੰ ਕੋਈ ਨਹੀਂ ਮੋੜ ਸਕਦਾ। ਅਸੀਂ ਗੁਰੂ ਸਾਹਿਬ ਨੂੰ ਕਿਵੇਂ ਜਵਾਬ ਦਈਏ? ਸ਼ਾਮਾਂ ਤੱਕ ਉਹ ਗੱਲਾਂ ਕਰਦਾ ਰਿਹਾ ਤੇ ਸ਼ਾਮਾਂ ਨੂੰ ਕੀ ਹੋਇਆ, ਜਦੋਂ ਕਿਸੇ ਨੇ ਵੀ ਉਹਦੀ ਗੱਲ ਗੁਰੂ ਸਾਹਿਬ ਨਾਲ ਨਾ ਕੀਤੀ, ਹੁਣ ਗੁਰੂ ਸਾਹਿਬ ਨੂੰ ਕਿਹੜਾ ਜਾ ਕੇ ਕਹੇ? ਐਸਾ ਜਾਹੋ ਜਲਾਲ ਹੈ ਮੇਰੇ ਪ੍ਰੀਤਮ ਦਾ।
ਤੇ ਸ਼ਾਮਾਂ ਨੂੰ ਜਿਹੜੇ ਉਹਦੇ ਨਾਲ ਸਾਥੀ ਆਏ ਸੀ, ਇਹ ਮਸੰਦ ਸੀ ਗੁਰੂ ਘਰ ਦਾ। ਮਸੰਦ ਦਾ ਕੰਮ ਹੁੰਦਾ ਸੀਗਾ ਜਿਹੜਾ ਗੁਰੂ ਪਿਆਰਿਓ ਦਸਵਾਂ ਦਸਾਉਣ ਸੰਗਤਾਂ ਦਾ ਇਕੱਠਾ ਕਰਕੇ ਲਿਆ ਕਰਕੇ ਗੁਰੂ ਪਿਆਰਿਓ ਗੁਰੂ ਸਾਹਿਬ ਕੋਲ ਜਮ੍ਹਾਂ ਕਰਾਉਣਾ। ਤੇ ਇਹ ਮਸੰਦ ਜੰਗ ਵਾਸਤੇ ਨੌਜਵਾਨਾਂ ਨੂੰ ਵੀ ਇਕੱਠੇ ਕਰਕੇ ਪ੍ਰੇਰ ਕੇ ਲਿਆਉਂਦੇ ਸਨ। ਤੇ ਜਿਨ੍ਹਾਂ ਨੂੰ ਇਹ ਲੈ ਕੇ ਆਇਆ ਸੀ ਉਹਨਾਂ ਨੂੰ ਸ਼ਾਮ ਨੂੰ ਕਹਿੰਦਾ ਆਪਾਂ ਚੱਲੀਏ ਯਾਰ, ਪਿਛਲੇ ਕਈ ਦਿਨਾਂ ਤੋਂ ਨਾਲ ਤਾਂ ਭੁੱਖੇ ਮਰ ਰਹੇ ਆ, ਨਾਲੇ ਹਾਥੀ ਨਾਲ ਕਿਹੜਾ ਲੜੇ। ਤੇ 5-7 ਆਪਣੇ ਜਿਹੜੇ ਸਾਥੀ ਸਨ ਜੋ ਮਾਝੇ ਦੇ ਇਲਾਕੇ 'ਚੋਂ ਇਹਦੇ ਨਾਲ ਆਏ ਸੀ ਨਾ, ਉਹਨਾਂ ਨੂੰ ਲੈ ਕਰਕੇ ਇਹ ਮਾਝੇ ਨੂੰ ਵਾਪਸ ਚੱਲ ਪਿਆ। ਬੰਦ ਕਰ। ਅਤੇ ਵਾਪਸ ਜਾਣ ਤੋਂ ਪਹਿਲਾਂ ਉਹ ਸਾਥੀਆਂ ਨੂੰ ਲੈ ਕੇ ਜਾਂਦਾ। ਉਹਨ ਗੇਟ ਕੰਨੀਓ ਨਿਕਲੇ ਤਾਂ ਇਹ ਗੁਰੂ ਪਿਆਰਿਓ ਜੇ ਗੇਟ ਕੰਨੀਓ ਜਾਂਦਾ ਤੇ ਉਧਰ ਪਹਿਰੇਦਾਰ ਖੜੇ ਆ, ਬੰਨਾ ਚ ਪਹਿਰੇਦਾਰ ਖੜੇ ਆ। ਇਸ ਕਰਕੇ ਇਹਨਾਂ ਨੇ ਕੰਧ ਟੱਪਣ ਦੀ ਸਲਾਹ ਬਣਾਈ। ਤੇ ਕਿਲੇ ਦੀ ਜਦ ਕੰਧ ਟੱਪਦੇ ਆ ਤੇ ਕੰਧ ਹੁਣ ਕਿਲਾ ਸਾਹਿਬ ਕਾਫੀ ਉੱਚਾ, ਆਨੰਦਗੜ੍ਹ ਦਾ ਕਿਲਾ ਆਨੰਦਪੁਰ ਸਾਹਿਬ ਦਾ ਪਹਾੜੀ ਉੱਤੇ ਬਣਿਆ ਹੋਇਆ। ਤੇ ਜਦੋਂ ਕਿਲੇ ਨੂੰ ਟੱਪਣ ਲੱਗੇ ਤੇ ਬਾਕੀ ਤਾਂ ਉਹ ਰੱਸੇ ਨੂੰ ਫੜ ਫੜ ਕੇ ਉਤਰ ਗਏ। ਕੁਦਮ ਬਣਾਈ ਆ, ਪੱਗਾਂ ਪੁੱਗਾਂ ਬੰਨ੍ਹ ਕੇ, ਰਾਤ ਨੂੰ ਰੱਸੇ ਕਿਹੜੇ ਮਿਲਨੇ ਸੀ। ਤੇ ਬਾਕੀ ਤਾਂ ਹਲਕੇ ਸੀ ਨੌਜਵਾਨ, ਉਹ ਉਤਰ ਗਏ ਸੌਖੇ। ਤੇ ਜਦੋਂ ਇਹਨੇ ਪੱਗ ਫੜ ਕੇ ਉਤਰਿਆ ਤੇ ਇਹਦਾ ਸਰੀਰ ਬਹੁਤ ਭਾਰੀ ਸੀਗਾ ਤੇ ਉਹ ਪੱਗ ਟੁੱਟ ਗਈ, ਰੱਸਾ ਟੁੱਟ ਗਿਆ, ਇਹ ਡਿੱਗ ਪਿਆ, ਲੱਤ ਟੁੱਟ ਗਈ। ਲੱਤ ਟੁੱਟਣ ਤੋਂ ਬਾਅਦ ਇਸ ਨੂੰ ਚੱਕ ਕੇ ਲੈ ਗਏ। ਦੂਜੇ ਦਿਨ ਗੁਰੂ ਪਿਆਰਿਓ ਜਿਸ ਵੇਲੇ ਸਿੱਖਾਂ ਨੇ ਦੱਸਿਆ ਮਹਾਰਾਜ ਆਪਣਾ ਹਾਥੀ ਤਾਂ ਭੱਜ ਗਿਆ। ਕਹਿੰਦੇ ਕਿਹੜਾ ਹਾਥੀ ਭੱਜ ਗਿਆ? ਕਹਿੰਦੇ ਜੀ ਆਪਣਾ ਉਹ ਦੁਨੀ ਚੰਦ। ਕਹਿੰਦੇ ਫਿਰ ਕੀ ਹੋਇਆ, ਆਪਣੇ ਕੋਲ ਸ਼ੇਰ ਹੈਗੇ ਨਾ, ਸ਼ੇਰ ਵੀ ਹਾਥੀ ਦਾ ਮੁਕਾਬਲਾ ਕਰ ਲੈਂਦੇ ਆ ਜੀ। ਸ਼ੇਰ ਕਿਹੜਾ ਹੈ? ਕਹਿੰਦੇ ਭਾਈ ਬਚਿੱਤਰ ਸਿੰਘ। ਜੋ ਵਿਜੇ ਨਾਲ ਲਿਆ ਉਹਨੇ ਨਮਸਕਾਰ ਕੀਤੀ, ਮਹਾਰਾਜ ਤੁਹਾਡੀ ਮਰਜ਼ੀ ਆ, ਇਹ ਤੁਹਾਡੀ ਕਿਰਪਾ ਦੇ ਨਾਲ ਹੀ ਲੜਿਆ ਜਾਣਾ। ਤਾਂ ਉਸ ਵੇਲੇ ਭਾਈ ਬਚਿੱਤਰ ਸਿੰਘ ਜੀ ਨੂੰ ਕਹਿਣ ਲੱਗੇ ਵੀ ਤੂੰ ਜਿਹੜਾ ਹੈ ਜਾ ਕੇ ਹਾਥੀ ਦਾ ਮੁਕਾਬਲਾ ਕਰਨਾ। ਕਹਿਣ ਲੱਗਿਆ ਜੀ 7 ਬਚਨ। ਤੇ ਪਾਤਸ਼ਾਹ ਨੇ ਆਪਣੇ ਖਜ਼ਾਨੇ 'ਚ ਇੱਕ ਬੜੀ ਵਧੀਆ ਲੋਹੇ ਦੀ, ਪੱਕੇ ਲੋਹੇ ਦੀ, ਪੱਕੇ ਤੋਂ ਵੀ ਪੱਕਾ ਸਟੇਨਲੈਸ ਸਟੀਲ, ਭਾਵ ਜਿਹੜਾ ਟੁੱਟੇ ਨਾ ਕੋਈ, ਐਸੀ ਵਧੀਆ ਨਾਗਣੀਆਂ 2 ਆਈਆਂ ਸੀਗੀਆਂ। ਤੇ ਉਹਨਾਂ ਨਾਗਣੀਆਂ ਦੇ ਵਿੱਚੋਂ ਮੰਗਾ ਕਰਕੇ ਤੇ ਭਾਈ ਬਚਿੱਤਰ ਨੂੰ ਦਿੱਤੀ, ਲੈ ਭਾਈ ਜਦੋਂ ਹਾਥੀ ਤੇਰੇ ਸਾਹਮਣੇ ਆਵੇ ਉਹਦੇ ਮੱਥੇ 'ਤੇ ਮਾਰੀ। ਤੇ ਅਗਾਂਹ ਹਾਥੀ ਵੀ ਜਿਹੜਾ 4 ਚੁਫੇਰਿਓਂ ਤਵੀਆਂ ਦੇ ਨਾਲ ਢੱਕਿਆ ਹੋਇਆ, ਲੋਹੇ ਦੇ ਤਵੇ ਮੱਥੇ 'ਤੇ ਲਾਏ ਆ, ਸਾਈਡਾਂ 'ਤੇ ਲਾਏ ਆ, ਵੀ ਇਹਦੇ ਕੁਝ ਵੱਜ ਨਾ ਸਕੇ। ਤਾਂ ਗੁਰੂ ਪਿਆਰਿਓ ਜਿਸ ਵੇਲੇ ਭਾਈ ਬਚਿੱਤਰ ਸਿੰਘ ਨੂੰ ਕਿਹਾ ਤੇ ਭਾਈ ਬਚਿੱਤਰ ਸਿੰਘ ਦੇ ਨਾਲ ਉਸ ਦਾ ਭਾਈ ਆ ਉਦੈ ਸਿੰਘ, ਉਹ ਵੀ ਤਿਆਰ ਹੋ ਗਿਆ। ਤੇ ਭਾਈ ਉਦੈ ਸਿੰਘ ਕਹਿਣ ਲੱਗਿਆ ਜੀ ਸਾਨੂੰ ਵੀ ਸੇਵਾ ਬਖਸ਼ੋ, ਸਾਨੂੰ ਵੀ ਸੇਵਾ ਬਖਸ਼ੋ। ਉਸ ਵੇਲੇ ਕਹਿਣ ਲੱਗਿਆ ਵੀ ਤੂੰ ਕੀ ਕਰੇਂਗਾ? ਕਹਿੰਦਾ ਜੀ ਮੈਂ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਉਂਗਾ। ਕਹਿੰਦੇ ਚੰਗਾ ਜਾ, ਤੈਨੂੰ ਵੀ ਆ ਗਿਆ। ਭਾਈ ਬਚਿੱਤਰ ਸਿੰਘ ਗੇਟ ਦੇ ਅੰਦਰਲੇ ਪਾਸੇ ਖੜਾ ਹੈ, ਉਦੈ ਸਿੰਘ ਵੀ ਅੰਦਰਲੇ ਪਾਸੇ ਖੜਾ। 2 ਸਿੰਘਾਂ ਨੂੰ ਉੱਤੇ ਖੜਾਇਆ ਵੀ ਜਦੋਂ ਹਾਥੀ ਐਨ ਗੇਟ ਕੋਲੇ ਆ ਗਿਆ ਤੇ ਅੰਦਰ ਇਸ਼ਾਰਾ ਕਰਦੀ। ਤੇ ਅੰਦਰਲੇ ਸਿੰਘਾਂ ਨੂੰ ਹੁਕਮ ਹੈ ਵੀ ਜਦੋਂ ਇਸ਼ਾਰਾ ਕੀਤਾ ਗੇਟ ਇੱਕਦਮ ਖੋਲ੍ਹ ਦਿਓ, ਹਾਥੀ ਟੱਕਰ ਨਾ ਵੱਜੇ। ਐਸੀ ਬਿਉਂਤਬੰਦੀ ਕੀਤੀ। ਤੇ ਜਿਸ ਵੇਲੇ ਗੁਰੂ ਪਿਆਰਿਓ ਇਸ਼ਾਰਾ ਕੀਤਾ, ਉੱਪਰ ਖੜੇ ਸਿੰਘਾਂ ਨੇ ਵੀ ਹਾਥੀ ਆ ਗਿਆ, ਅੰਦਰੋਂ ਗੇਟ ਖੋਲ੍ਹਿਆ ਤੇ ਭਾਈ ਸਾਹਿਬ ਨੇ ਬੜੀ ਫੁਰਤੀ ਦੇ ਨਾਲ ਨਾਗਣੀ ਮਾਰੀ। ਤੇ ਕਿਰਪਾ ਤੇ ਗੁਰੂ ਸਾਹਿਬ ਦੀ ਹੋਣੀ ਸੀ ਤੇ ਉਹ ਨਾਗਣੀ ਕਹਿੰਦੇ ਤਵਿਆਂ ਨੂੰ ਚੀਰਦੀ, ਮੱਥੇ ਦੀ ਹੱਡੀ ਨੂੰ ਚੀਰਦੀ ਹੋਈ ਧੱਸ ਗਈ ਅੰਦਰ। ਤੇ ਭਾਈ ਸਾਹਿਬ ਨੇ ਮਧਾਣੀ ਗੇੜਾ ਦੇ ਕੇ ਉਹ ਵਾਪਸ ਕੱਢੀ। ਤੇ ਜਿਹੜਾ ਹਾਥੀ ਜਿਹੜਾ ਕੀੜੀ ਦੀ ਦੰਦੀ ਵੀ ਨਹੀਂ ਚੱਲਦਾ, ਉਸ ਦੇ ਨਾਗਣੀ ਵੱਜੀ ਤੇ ਉਹ ਚੀਕਾਂ ਮਾਰਨ ਲੱਗਿਆ। ਉਹਦੇ ਸੁੰਡ ਨਾਲ ਸਿੱਧੀ ਤਲਵਾਰ ਬੰਨੀ ਆ, ਦੋਨੇ ਪਾਸੇ ਤਿੱਖੀ। ਤੇ ਜਿਸ ਵੇਲੇ ਉਹਨੇ ਨਾਗਣੀ ਵੱਜੀ ਤੇ ਉਹਨੇ ਇੱਕ ਵਾਰੀ ਸਿਰ ਨਵਾਇਆ ਜਿਵੇਂ ਸਿੰਘ ਨੂੰ ਮੱਥਾ ਟੇਕਦਾ ਹੋਵੇ। ਜਦੋਂ ਝੁਕਿਆ ਥੱਲੇ, ਪੈਰ ਥੱਲੇ ਮੁੜੇ ਗੋਡੇ, ਤੇ ਉਦੈ ਸਿੰਘ ਨੇ ਘੋੜੇ ਤੇ ਖੜੇ ਹੋ ਕੇ ਤਲਵਾਰ ਚਲਾਈ
ਤੇ ਉੱਤੇ ਬੈਠੇ ਰਾਜੇ ਕੇਸੀ ਜਾਂਦਾ ਸਿਰ ਸਿੱਟ ਲਿਆ ਥੱਲੇ। ਕਹੋ ਸਤਨਾਮ। ਕਿਸੇ ਨੂੰ ਹੋਸ਼ ਨਹੀਂ ਰਹੀ। ਔਰ ਹਾਥੀ, ਮੈਂ ਜਿੰਨਾ ਚਿਰ ਕਥਾ ਕਰਨ ਤੇ ਲਾਤਾ, ਇਦੋਂ ਜਲਦੀ ਹਾਥੀ ਪੁੱਠਾ ਮੁੜਿਆ ਤੇ ਆਪਣੀਆਂ ਹੀ ਪਹਾੜੀ ਫੌਜਾਂ ਨੂੰ ਲਤੜਦਾ, ਮਾਰਦਾ, ਵੱਢਦਾ। ਕਿਉਂਕਿ ਪੀੜ ਨਾਲ ਸੁੰਡ ਮਾਰਦਾ ਤੇ ਸੁੰਡ ਨਾਲ ਤਲਵਾਰ ਚੱਲਦੀ ਹੈ ਤੇਜ਼ੀ ਨਾਲ। ਤੇ ਜਿਹੜੇ ਮੂਹਰੇ ਆ ਕੇ ਕੁਝ ਵੱਢੇ ਜਾ ਰਹੇ ਆ ਤੇ ਕੁਝ ਪੈਰਾਂ ਥੱਲੇ ਮਰਦੇ ਜਾ ਰਹੇ ਆ। ਹਾਥੀ ਨੂੰ ਜਿਵੇਂ ਸ਼ੇਰ ਵੀ ਸ਼ਿਕਾਰ ਕਰ ਲੈਂਦਾ। ਸ਼ੇਰ ਕੱਦ ਦਾ ਭਾਵੇਂ ਛੋਟਾ, ਭਾਈ ਬਚਿੱਤਰ ਸਿੰਘ ਵੀ ਕੱਦ ਦੇ ਭਾਵੇਂ ਛੋਟੇ ਸੀ, ਪਰ ਕੇਸਰੀ ਚੰਦ ਨੂੰ ਤੇ ਹਾਥੀ ਨੂੰ ਸ਼ਿਕਾਰ ਕਰ ਲਿਆ। ਇਸ ਤਰ੍ਹਾਂ ਗੁਰੂ ਪਿਆਰਿਓ, ਜਿਸ ਵੇਲੇ ਭਾਈ ਸਾਹਿਬ ਜੀ ਕਥਾ ਕਰਦੇ ਹੋਏ ਦੱਸਦੇ ਹਨ ਕਿ ਇਹ ਜਿਹੜੀ ਕਥਾ ਹੈ ਉਸੇ ਤਰ੍ਹਾਂ ਹੈ ਜਿਵੇਂ ਸ਼ੇਰਨੀ ਹਾਥੀ ਦਾ ਸ਼ਿਕਾਰ ਕਰ ਲੈਂਦੀ ਆ। ਇਹ ਜਿਹੜੀ ਕਥਾ ਹੈ ਸਾਡੇ ਵਿਕਾਰ ਰੂਪੀ ਕਾਲਖਾਂ ਨੂੰ, ਹੰਕਾਰ ਰੂਪੀ ਹਾਥੀ ਨੂੰ, ਵਿਸ਼ੇ ਵਿਕਾਰਾਂ ਨੂੰ ਸ਼ਿਕਾਰ ਕਰਨ ਵਾਲੀ ਹੈ। ਹਰਨੀ ਕਰੇ ਆਨੰਦ ਉਸਰਨੀ, ਸ਼ਰਨੀ ਪਰੇ ਕਲੇਸ਼ ਨਿਵਰਨੀ। ਸਾਡੇ ਅੰਦਰ ਆਨੰਦ ਭਰਨ ਵਾਲੀ ਹੈ, ਸਾਡੇ ਅੰਦਰ ਆਨੰਦ ਦੇਣ ਵਾਲੀ ਹੈ, ਕਲੇਸ਼ਾਂ ਨੂੰ ਖਤਮ ਕਰਨ ਵਾਲੀ ਹੈ। ਤੇ ਭਾਈ ਉਦਾ ਸਿੰਘ ਨੇ ਜਿਹੜਾ ਸਿਰ ਥੱਲੇ ਡਿੱਗਿਆ ਸੀ ਕੇਸਰੀ ਚੰਦ ਦਾ, ਤੁਰੰਤ ਵਰਸ਼ੇ ਤੇ ਟੰਗਿਆ ਤੇ ਲਿਆ ਕੇ ਮੇਰੇ ਪ੍ਰੀਤਮ ਦੇ ਚਰਨਾਂ ਵਿੱਚ ਸੁੱਟ ਦਿੱਤਾ। ਤੇ ਕੀ ਕਹਿੰਦਾ, ਮਹਾਰਾਜ ਜੀ ਕਿਰਪਾ ਕਰੋ, ਇਹਦੇ ਦੋ ਠੇਡੇ ਮਾਰੋ। ਹੁਣ ਕਹਿੰਦਾ ਸੀ ਮੈਂ ਗੁਰੂ ਸਾਹਿਬ ਨੂੰ ਹੁਣੇ ਜਾ ਕੇ ਫੜ ਕੇ ਲਿਆਉਂਗਾ। ਕੋਈ ਸਤਨਾਮ। ਇਹ ਉਹੀ ਕੇਸਰੀ ਚੰਦ ਹੈ। ਤੇ ਭਾਈ ਦਇਆ ਆਪਣਾ ਬਚਿੱਤਰ ਸਿੰਘ ਜੀ ਜਿਹੜੇ ਹਨ ਉਹ ਵਾਪਸ ਆ ਰਹੇ ਹੈ। ਤੇ ਕਈ ਸਿੰਘ ਰਸਤੇ ਚੋਂ ਕਹਿ ਰਹੇ ਆ, ਵਾਹ ਬਈ ਵਾਹ ਬਚਿੱਤਰ ਸਿੰਘ ਕਮਾਲ ਕਰਤੀ ਯਾਰ, ਹੈ ਨਾਗਣੀ ਤਵਿਆਂ ਵਿੱਚੋਂ ਟਪਾਤੀ। ਬਚਿੱਤਰ ਸਿੰਘ ਦੀ ਕਿਹੜੀ ਤਾਕਤ ਹੈ ਵਿਚਾਰੀ, ਤੇ ਤਾਂ ਗੁਰੂ ਸਾਹਿਬ ਦੀ ਤਾਕਤ ਲੱਗੀ ਹੈ ਸਾਰੀ। ਹਾਂ, ਵਡਿਆਈ ਸਿੱਖਾਂ ਨੂੰ ਦਿੰਦਾ, ਸਤਿਗੁਰ ਨੂੰ ਆਪਣੀ ਵਡਿਆਈ ਭਾਮਦੀ, ਗੁਰਸਿੱਖਾਂ ਕੀ ਜੈਕਾਰ ਕਰਾਵੇ, ਜੈ ਜੈਕਾਰਾਂ ਸਿੱਖਾਂ ਨੂੰ ਦਿੰਦਾ। ਕਹਿੰਦੇ ਵਾਹ ਵੀ ਵਾਹ ਕਮਾਲ ਕਰਤਾ। ਕਹਿੰਦੇ ਉਹ ਮੇਰਾ ਕਮਾਲ ਨਹੀਂ, ਇਹ ਕਮਾਲ ਤਾਂ ਗੁਰੂ ਸਾਹਿਬ ਦਾ। ਇਹ ਤਾਂ ਗੁਰੂ ਸਾਹਿਬ ਨੇ ਹਾਥੀ ਮੋੜਨ ਨੂੰ ਕਿਹਾ ਸੀਗਾ, ਜੇ ਮੈਨੂੰ ਕਹਿੰਦੇ ਬਰਸ਼ੀ ਤੇ ਟੰਗ ਕੇ ਲਿਆਉਣਾ ਤੇ ਮੈਂ ਬਰਸ਼ੀ ਉੱਤੇ ਟੰਗ ਲਿਆਉਂਦਾ ਸਿਰ ਵਾਂਗੂ। ਕਹੋ ਸਤ। ਕਿਉਂਕਿ ਗੁਰੂ ਸਾਹਿਬ ਦੀ ਤਾਕਤ ਦਾ ਕੋਈ ਪਤਾ ਨਹੀਂ। ਅਮਿਤੋਜ ਕਹਿਜਾ, ਇਹਦੀ ਕੀਮਤ ਦਾ ਕੋਈ ਪਤਾ ਨਹੀਂ, ਇਹਦੇ ਓਜ ਬਲ ਦਾ ਪਤਾ ਨਹੀਂ ਕਿੰਨਾ। ਭਾਵੇਂ ਕਿ ਸਾਡੇ ਵਿੱਚ ਰਹਿੰਦੇ ਹੋਏ ਸਾਡੇ ਵਾਂਗੂ ਵਿਚਰੇ ਮਨੁੱਖਾ ਜਾਮੇ ਵਿੱਚ, ਪਰ ਅੰਦਰ ਪਾਵਰ ਜਿਹੜੀ ਹੈ ਬੜੀ ਬੇਅੰਤ ਹੈ ਸਤਿਗੁਰਾਂ ਦੇ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਇਸ ਤਰ੍ਹਾਂ, ਹਰੀ ਸਿਮਰ ਕਤ ਪੂਰਨ ਕਰੀ, ਕਰੀ ਕਲ ਕੋ ਬਾਗਨ ਕਰੀ। ਔਰ ਮੈਂ ਹਰੀ ਨੂੰ ਸਿਮਰ ਕਰਕੇ ਕਥਾ ਪੂਰੀ ਕੀਤੀ ਹੈ, ਜਿਹੜੇ ਸਾਡੇ ਵਿਕਾਰਾਂ ਰੂਪੀ ਹਾਥੀਆਂ ਨੂੰ ਸ਼ੇਰ ਦੀ ਨਿਆਈ ਸ਼ਿਕਾਰ ਕਰਨ ਵਾਲੀ ਹੈ। ਹਰੀ ਭਈ ਜਿਮ ਮੁਕਤਾ ਲਰੀ, ਲਰੀ ਕਮਤ ਸੋ ਤੂਰਨ ਹਰੀ। ਖਰੀ ਭਈ ਜੇ ਮੁਕਤਾ ਲਰੀ, ਇਹ ਪਵਿੱਤਰ ਕਥਾ ਜਿਹੜੀ ਆ ਖਰੀ ਭਾਵ ਸੱਚੀ ਸੁੱਚੀ ਕਥਾ ਗੁਰੂ ਦੀ। ਜਿਵੇਂ ਮੋਤੀਆਂ ਦੀ ਲੜੀ ਹੁੰਦੀ ਐ, ਮੈਂ ਓਵੇਂ ਪਰੋਈ ਹੈ। ਲੜੀ ਕਮਤ ਸਿਓ ਤੂਰਨ ਹਰੀ, ਇਹ ਮੋਤੀਆਂ ਦੀ ਲੜੀ ਭਾਵ ਸ਼ਬਦਾਂ ਦੀ ਲੜੀ, ਕਥਾ ਦੀ ਲੜੀ ਜਿਹੜੀ ਹੈ, ਇਹ ਸਾਡੀ ਕੁਮਤ ਨੂੰ ਹਰ ਲੈਣ ਵਾਲੀ, ਦੂਰ ਕਰਨ ਵਾਲੀ ਹੈ। ਪਾਰ ਬ੍ਰਹਮ ਕੀ ਗੁਰ ਅਵਤਾਰ, ਤਾਰਨ ਹਿਤ ਜਗ ਭਗਤ ਉਧਾਰ। ਔਰ ਜਿਸ ਤਰ੍ਹਾਂ ਪਰਮੇਸ਼ਰ ਨੇ ਆਪਣੇ ਅਵਤਾਰਾਂ ਨੂੰ, ਗੁਰੂਆਂ ਨੂੰ ਦੁਨੀਆ ਵਿੱਚ ਸ੍ਰਿਸ਼ਟੀ ਨੂੰ ਤਾਰਨ ਲਈ ਭੇਜਣਾ ਕੀਤਾ ਹੈ, ਭਗਤਾਂ ਨੂੰ ਤਾਰਨ ਵਾਸਤੇ ਭੇਜਿਆ। ਬੜੇ ਦਿਆਲੂ ਸਤਿਗੁਰੂ ਤੇ ਭਗਤ ਆਏ। ਤਾਰਨ ਦੁਖ ਤੇ ਕੀਨ ਉਦਾਰ, ਧਾਰੇ ਸਿੱਖੀ ਪਰੇ ਸੁਪਾਰ। ਜਿਨ੍ਹਾਂ ਨੇ ਸੰਸਾਰ ਦੇ ਭਿਆਨਕ ਦੁੱਖਾਂ ਦਾ ਖਾਤਮਾ ਕੀਤਾ, ਜੀਵਾਂ ਦਾ ਉਧਾਰ ਕੀਤਾ, ਜਿਨ੍ਹਾਂ ਨੇ ਇਸ ਗੁਰੂ ਕੀ ਸਿੱਖੀ ਨੂੰ ਧਾਰਨ ਕਰ ਲਿਆ, ਉਹ ਸੰਸਾਰ ਸਮੁੰਦਰ ਚੋਂ ਨਿਕਲ ਗਏ ਜੀ। ਸਵਈਆ ਧਾਰ ਅਪੂਰਬ ਪੂਰਬ ਰੂਪ ਪਏ, ਗੁਰ ਨਾਨਕ ਜੋਤ ਉਧਾਰ ਹੈ। ਹਾਂ, ਉਹ ਅਕਾਲ ਪੁਰਖ ਅਪੂਰਬ ਜੋ ਸਭ ਤੋਂ ਪਹਿਲਾਂ ਹੈ, ਜੋ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਹੈ। ਉਸੇ ਨੇ ਹੀ ਪਹਿਲਾ ਰੂਪ ਗੁਰੂ ਨਾਨਕ ਜੀ ਦਾ ਧਾਰਨ ਕਰਕੇ ਦੁਨੀਆ ਵਿੱਚ ਆਉਣਾ ਕੀਤਾ ਹੈ ਜੀ। ਧਾਰ ਕੇ ਦੋ ਨਰ ਪੰਥ ਪਰੇ ਤਿਨ ਸੀ, ਜਗ ਸਾਗਰ ਤੇ ਪਾਰ ਪਾਰ ਹੈ। ਔਰ ਜਿਨ੍ਹਾਂ ਵੀ ਮਨੁੱਖਾਂ ਜਾਂ ਇਸਤਰੀਆਂ ਨੇ ਇਸ ਰਸਤੇ ਤੇ ਚੱਲਣਾ ਕੀਤਾ, ਗੁਰੂ ਦੇ ਦੱਸੇ ਮਾਰਗ ਤੇ ਚੱਲਣਾ ਕੀਤਾ, ਪਾਤਸ਼ਾਹ ਜੀ ਕਹਿੰਦੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਜੀ।
ਭਾਰਤ ਹੈ ਗੁਣ ਟਾਰਤ ਔਗੁਣ ਗਿਆਨ ਸਿਖਾਰਤ ਬਾਤ ਉਚਾਰ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਉਸ ਅਕਾਲ ਪੁਰਖ ਦੇ ਹੀ ਸਰੂਪ ਹਨ ਜਿਹੜਾ ਦੁਨੀਆ ਨੂੰ ਪਾਲਣ ਵਾਲਾ, ਔਗੁਣਾਂ ਨੂੰ ਖਤਮ ਕਰਨ ਵਾਲਾ, ਗੁਣਾਂ ਨੂੰ ਦੇਣ ਵਾਲਾ, ਗਿਆਨ ਦੇਣ ਵਾਲਾ ਔਰ ਵਾਕ ਵਿਚਾਰੇ ਸਾਨੂੰ ਗਿਆਨ ਦੀ ਸਿੱਖਿਆ ਦੇਣ ਵਾਲਾ। ਇਹ ਉਹਦੇ ਬਚਨ ਜੋ ਮੈਂ ਕਥਾ ਦੇ ਵਿੱਚ ਧਾਰਨ ਕੀਤੇ ਹਨ। ਚਾਰੋ ਬੀਦ ਉਚਾਰੀ ਸਾਰ ਹੈ ਬੰਦਤ ਹੋ ਅਬ ਮੋਹਿ ਉਧਾਰ ਹੈ। ਔਰ ਫਿਰ ਗੁਰੂ ਨਾਨਕ ਦੇਵ ਜੀ ਅੱਗੇ ਆਪਣੀ ਬੇਨਤੀ ਕਰਦਾ ਹੈ, ਮਹਾਰਾਜ ਜਿਸ ਤਰ੍ਹਾਂ ਤੁਸੀਂ ਸੰਸਾਰ ਦੇ ਵਿੱਚ ਚਾਰੇ ਦੀਵੇ ਚੌਂ ਹੱਥ ਦੀਏ ਏਕਾ ਏਕਾ ਵਾਰੀ। ਪਹਿਲਾਂ ਪਿਛਲੇ ਯੁੱਗਾਂ ਦੇ ਵਿੱਚ ਬ੍ਰਹਮਾ ਦੀ ਕਹਾਣੀ ਲਿਖੀ ਹੈ ਵੀ ਬ੍ਰਹਮਾ ਦੇ ਕੋਲੋਂ 4 ਵੇਦ ਉਚਾਰਨ ਕਰਵਾਏ ਔਰ 4 ਵੇਦਾਂ ਦੇ ਰਾਹੀਂ ਸੰਸਾਰ ਦੇ ਵਿੱਚ ਮਾਰਗਦਰਸ਼ਨ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਲਾ ਕਰਕੇ ਦੁਨੀਆ ਦੇ ਵਿੱਚ ਵਿਚਰਨਾ ਕੀਤਾ ਔਰ ਇਹ ਪਵਿੱਤਰ ਗੁਰਬਾਣੀ ਦਾ ਉਚਾਰਨ ਕੀਤਾ, ਰਚਨਾ ਕੀਤੀ। ਤਾਂ ਗੁਰੂ ਪਿਆਰਿਓ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਭਾਈ ਸੰਤੋਖ ਸਿੰਘ ਕਵੀ ਬੇਨਤੀ ਕਰਦੇ ਆ, ਮਹਾਰਾਜ ਆਪ ਜੀ ਨੇ ਬੜੀ ਕਿਰਪਾ ਕੀਤੀ, ਜਿਸ ਤਰ੍ਹਾਂ ਦੁਨੀਆ ਨੂੰ ਤਾਰਨਾ ਕੀਤਾ ਹੈ ਮੈਂ ਨਮਸਕਾਰ ਕਰਦਾ ਹਾਂ, ਬੇਨਤੀ ਕਰਦਾ ਹਾਂ ਹੁਣ ਮੇਰਾ ਵੀ ਉਧਾਰ ਕਰੋ ਜੀ। ਤ੍ਰਿਪਤਾ ਛੰਦ ਜਾਲ ਜੰਜਾਲ ਫਸੇ ਸੋ ਮਿਲੇ ਤਿਨ ਦਾਸਨ ਬ੍ਰਿੰਦ ਵਿਕਾਰਨ ਜਾਲ। ਬੜੀ ਕਿਰਪਾ ਕੀਤੀ ਮਹਾਰਾਜ, ਜਿਹੜੀ ਸੰਸਾਰ ਜਿਹੜਾ ਹੈ ਧੰਦਿਆਂ ਵੀ ਜੰਜਾਲਾਂ ਵਿੱਚ ਫਸਿਆ ਹੋਇਆ ਸੀ। ਜਾਲ ਜੰਜਾਲ ਫਸੇ ਜੋ ਮਿਲੇ, ਜਿਹੜੇ ਜੰਜਾਲ ਵਿੱਚ ਫਸੇ ਹੋਏ 4 ਉਦਾਸੀਆਂ ਦੌਰਾਨ ਜਿਹੜੇ ਸੰਸਾਰੀ ਧੰਦਿਆਂ ਵਿੱਚ ਫਸੇ ਹੋਏ ਆਪ ਜੀ ਨੂੰ ਮਿਲੇ। ਤਿੰਨ ਦਾਸਨ ਬ੍ਰਿੰਦ ਵਿਕਾਰਨ ਜਾਲ, ਉਹਨਾਂ ਦੇ ਵਿਕਾਰਾਂ ਦੇ ਜਾਲ ਨੂੰ ਖਤਮ ਕਰਕੇ ਉਹਨਾਂ ਨੂੰ ਉਧਾਰਨਾ ਕੀਤਾ। 4 ਉਦਾਸੀਆਂ ਦੌਰਾਨ ਪਾਤਸ਼ਾਹ ਨੂੰ ਬਹੁਤ ਤਰ੍ਹਾਂ ਦੇ ਲੋਕ ਮਿਲੇ। ਜਿਸ ਤਰ੍ਹਾਂ ਅਸਾਮ ਦੇ ਇਲਾਕੇ ਵਿੱਚ ਜਾਂਦੇ ਆ ਜਿੱਥੇ ਜਾਦੂਗਰਨੀਆਂ ਦਾ ਰਾਜ ਹੈ ਔਰ ਗੁਰੂ ਪਿਆਰਿਓ ਭਾਈ ਸਾਹਿਬ ਭਾਈ ਮਰਦਾਨਾ ਜੀ ਜਿਸ ਵੇਲੇ ਗੁਰੂ ਪਿਆਰਿਓ ਉਹ ਜਾਦੂਗਰਾਂ ਦੇ ਕੋਲ ਫਸ ਜਾਂਦੇ ਹਨ, ਚਲਦੇ ਚਲਦੇ ਭਾਈ ਮਰਦਾਨਾ ਕਹਿੰਦੇ ਮਹਾਰਾਜ ਮੈਂ ਘੁੱਟ ਪਾਣੀ ਪੀਆਵਾਂ ਤੇ ਲੱਗੀ ਹੈ। ਪਾਤਸ਼ਾਹ ਕਹਿੰਦੇ ਮਰਦਾਨੇ ਆ ਜਾ ਤੂੰ ਰਹਿਣ ਦੇ ਪਾਣੀ ਪੀਣ ਨੂੰ। ਕਹਿੰਦੇ ਨਹੀਂ ਮਹਾਰਾਜ ਬਸ ਮੈਂ ਪਾਣੀ ਪੀ ਕੇ ਹੁਣੇ ਰਲ ਗਿਆ। ਤੁਰੇ ਜਾਂਦੇ ਸੀਗੇ, ਇੱਕ ਵਾਰ 'ਚੋਂ ਆਵਾਜ਼ ਮਾਰੀ, ਭਾਈ ਪਾਣੀ ਪੀਣਾ ਸੀਗਾ। ਅੱਗੇ ਬੀਬੀਆਂ ਬੜਾ ਸ਼ਿੰਗਾਰ ਕੀਤੀਆਂ, ਆ ਜਾ ਭਾਈ ਆ ਜਾ ਅੰਦਰ ਆ ਜਾ। ਮੰਜੇ ਤੇ ਬਹਿੰਦਿਆਂ ਹੀ ਐਸਾ ਜਾਦੂ ਦਾ ਧਾਗਾ ਗਲ 'ਚ ਪਾਇਆ, ਐਸਾ ਜਾਦੂ ਮਾਰਿਆ ਤੇ ਮਰਦਾਨਾ ਸੁੱਧ ਬੁੱਧ ਭੁੱਲ ਗਈ। ਇਤਿਹਾਸ ਵਿੱਚ ਲਿਖਦੇ ਆ, ਸਾਖੀਆਂ ਵਿੱਚ ਲਿਖਦੇ ਆ ਕਿ ਮਰਦਾਨੇ ਨੂੰ ਭੇਡੂ ਬਣਾ ਕੇ ਬੰਨ੍ਹ ਲਿਆ ਉਹਨਾਂ ਬੀਬੀਆਂ ਨੇ। ਅਸਲ ਵਿੱਚ ਕਈ ਵਾਰੀ ਇਹ ਵੀ ਹੁੰਦਾ ਕਿ ਜਦੋਂ ਕੋਈ ਮਨੁੱਖ ਆਪਣੀ ਮੱਤ ਨਾ ਵਰਤੇ ਉਹਨੂੰ ਭੇਡੂ ਹੀ ਕਹਿ ਦਿੰਦੇ ਆ, ਤੇ ਉੱਥੇ ਹੀ ਕਹਿੰਦੇ ਭੇਡੂ ਬਣਾ ਕੇ ਬੰਨ੍ਹ ਲਿਆ। ਬਾਬਾ ਜੀ ਚੱਲਦੇ ਰਹੇ ਤੇ ਪਿੰਡੋਂ ਬਾਹਰ ਨਿਕਲ ਗਏ ਤੇ ਬਾਹਰ ਜਾ ਕੇ ਬਹਿ ਕੇ ਉਡੀਕਣ ਲੱਗੇ, ਮਰਦਾਨਾ ਹੁਣ ਵੀ ਆਇਆ, ਹੁਣ ਵੀ ਆਇਆ, ਨਾ ਆਇਆ। ਤੇ ਗੁਰੂ ਪਿਆਰਿਓ ਇਹ ਬੀਬੀਆਂ ਮਰਦਾਨੇ ਨੂੰ ਘਰੇ ਬੰਨ੍ਹ ਕੇ ਤੇ ਆਪ ਚਲੀਆਂ ਗਈਆਂ ਪਾਣੀ ਲੈਣ। ਜਦ ਪਾਣੀ ਲੈਣ ਗਈਆਂ ਤੇ ਮਗਰੋਂ ਭਾਈ ਸਾਹਿਬ ਬਾਲਾ ਜੀ ਨੂੰ ਪਾਤਸ਼ਾਹ ਕਹਿਣ ਲੱਗੇ, ਬਾਲੇ ਆਪਣਾ ਮਰਦਾਨਾ ਆਇਆ ਨਹੀਂ, ਲੱਗਦਾ ਫਸ ਗਿਆ ਹੁੰਦਾ, ਜਿਵੇਂ ਚੱਲ ਲੈ ਕੇ ਆਈਏ। ਉੱਥੋਂ ਵਾਪਸ ਮੁੜੇ, ਜਿਹੜੇ ਗੇਟ 'ਚੋਂ ਆਵਾਜ਼ ਮਾਰੀ ਸੀ ਮਰਦਾਨੇ ਨੇ, ਉੱਥੇ ਆ ਕੇ ਪਾਤਸ਼ਾਹ ਨੇ ਆਵਾਜ਼ ਮਾਰੀ, ਉਹ ਭਾਈ ਸਾਡਾ ਬੰਦਾ ਇੱਥੇ ਆਇਆ ਸਿੱਖ। ਕਹਿੰਦੀਆਂ ਇੱਥੇ ਕੋਈ ਨਹੀਂ ਆਇਆ। ਤੇ ਨਾਲੇ 4 ਜਣੀਆਂ ਬੈਠੀਆਂ ਅੰਦਰ, ਉਹ ਭੱਜੀਆਂ, ਉਹ ਕਹਿੰਦੀ ਮੇਰਾ, ਉਹ ਕਹਿੰਦੀ ਮੇਰਾ। ਜਾਦੂਗਰਨੀਆਂ ਕੀ ਕਰਦੀਆਂ ਸਨ, ਮਨੁੱਖਾਂ ਨੂੰ ਜਿਹੜੇ ਕੋਈ ਯਾਤਰੂ ਵਗੈਰਾ ਉਹਨਾਂ ਟੱਕਰ ਦੇ ਬਾਹਰੀ ਮਨੁੱਖ, ਉਹਨਾਂ ਨੂੰ ਕੈਦ ਕਰਕੇ ਰੱਖ ਲੈਂਦੀਆਂ, ਮੁੜ ਕੇ ਮਨ ਮਰਜ਼ੀ ਕਰਦੀਆਂ ਉਹਨਾਂ ਦੇ ਨਾਲ। ਤੇ ਜਿਸ ਵੇਲੇ ਪਾਤਸ਼ਾਹ ਸਾਹਮਣੇ ਜਾ ਕੇ ਖੜੇ ਤੇ ਭੱਜੀਆਂ ਆਈਆਂ, ਉਹ ਕਹਿੰਦੀਆਂ ਮੇਰਾ, ਉਹ ਕਹਿੰਦੀਆਂ ਮੇਰਾ, ਭਾਵ ਜਾਦੂ ਮਾਰਨ ਵਾਸਤੇ। ਪਾਤਸ਼ਾਹ ਕਹਿੰਦੇ ਏਕ ਓਂਕਾਰ। ਪਾਤਸ਼ਾਹ ਨੇ ਏਕ ਓਂਕਾਰ ਕਿਹਾ ਤੇ ਉਹ ਜਿਹੜੀਆਂ ਸਨ ਉਹਨਾਂ ਦਾ ਵੀ ਰੂਪ ਬਦਲ ਗਿਆ, ਕਿਉਂਕਿ ਜੈਸਾ ਅਸੀਂ ਕਿਸੇ ਬਾਰੇ ਸੋਚਾਂਗੇ ਉਹੋ ਜਿਹਾ ਅਸਰ ਸਾਡੇ ਤੇ ਹੋਵੇਗਾ। ਕਹਿੰਦੇ ਭੇਡ ਤੇ ਕੁੱਤੀਆਂ ਉਹ ਬਣ ਗਈਆਂ, ਇੱਕਦਮ ਉਹਨਾਂ ਦਾ ਰੂਪ ਬਦਲ ਗਿਆ। ਤੇ ਭਾਈ ਬਾਲੇ ਨੂੰ ਕਹਿੰਦੇ ਜਾ ਮਰਦਾਨੇ ਨੂੰ ਲੈ ਕੇ ਆ। ਮਾਰੇ ਕਿੱਥੇ ਆ ਮਰਦਾਨਾ? ਤੇ ਗਾਂ ਕੀ ਵੇਖਦੇ ਆ, ਜਦੋਂ ਸਾਹਮਣੇ ਹੋਏ ਪਾਤਸ਼ਾਹ ਤੇ ਉਹ ਜਿਹੜਾ ਭੇਡੂ ਬਣਿਆ ਸੀ ਉਹ ਮੂਹਰਲੇ ਪਹੁੰਚੇ ਮਾਰਨ ਲੱਗਿਆ, ਕਹਿੰਦਾ ਮੈਂ ਆ ਬੈਠਾ। ਕਹਿੰਦੇ ਬਾਲੇ ਉਹ ਬੈਠਾ ਮਰਦਾਨਾ ਆਪਣਾ।
ਕਹਿੰਦੀ ਉਹ ਮਰਦਾਨਾ? ਹਾਂ। ਕਹਿੰਦੇ ਉਹਦੇ ਗਲ 'ਚੋਂ ਧਾਗਾ ਤੋੜ, ਦੇਖ ਕੀ ਬਣਦਾ। ਜੋ ਧਾਗਾ ਤੋੜਿਆ ਮਰਦਾਨਾ ਸਹੀ ਸਲਾਮ ਦਾ, ਕਹਿੰਦਾ ਪੀ ਲਿਆ ਪਾਣੀ? ਕਹਿੰਦਾ ਜੀ ਮੈਂ ਤਾਂ ਫਸ ਹੀ ਗਿਆ ਸੀ, ਤੁਸੀਂ ਬਚਾ ਲਿਆ। ਫਿਰ ਪਾਤਸ਼ਾਹ ਜੀ ਉਹਨਾਂ ਨੂੰ ਉਸੇ ਤਰ੍ਹਾਂ ਛੱਡ ਕੇ ਬਾਹਰ ਜਾ ਕੇ ਬਹਿ ਗਏ। ਫਿਰ ਸ਼ਾਮਾਂ ਨੂੰ ਇਹਨਾਂ ਦੇ ਘਰਾਂ ਵਾਲੇ ਆਏ, ਆਂਢਣਾ ਗੁਆਂਢਾਂ ਦੱਸਿਆ ਵੀ 2 ਸਾਧ ਜੀ ਆਏ ਸੀ, ਇਹਨਾਂ ਦੇ ਉੱਤੇ ਮੰਤਰ ਮਾਰ ਗਏ, ਇਹਨਾਂ ਦਾ ਮੰਤਰ ਚੱਲਿਆ ਨਹੀਂ, ਉਹਨਾਂ ਦਾ ਚੱਲ ਗਿਆ। ਉਹਨਾਂ ਦੇ ਪਰਿਵਾਰ, ਉਹਨਾਂ ਦੇ ਘਰਾਂ ਵਾਲੇ ਫਿਰ ਭੱਜੇ ਬਾਹਰ ਲੱਭਦੇ ਆ। ਪਾਤਸ਼ਾਹ ਵੀ ਉਡੀਕ ਰਹੇ ਸੀ, ਉਹਨੂੰ ਸਿੱਧੇ ਰਸਤੇ ਪਾਉਣਾ ਸੀਗਾ। ਕੋਈ ਖੇਡ ਨਹੀਂ ਸੀਗੀ ਪਾਤਸ਼ਾਹ ਜੀ ਦੀ। ਜੰਜਾਲਾਂ ਵਿੱਚ, ਧੰਦਿਆਂ ਵਿੱਚ ਫਸੇ ਲੋਕਾਂ ਨੂੰ ਇਉਂ ਸਿੱਧੇ ਰਸਤੇ ਪਾਇਆ। ਤਾਂ ਗੁਰੂ ਪਿਆਰਿਓ ਕੀ ਹੋਇਆ, ਜਿਸ ਵੇਲੇ ਪਾਤਸ਼ਾਹ ਜੀ ਜੇ ਕੋਲੇ ਪਹੁੰਚੇ ਆ ਤੇ ਜਾ ਕੇ ਬੇਨਤੀਆਂ ਕਰਦੇ ਆ, ਮਹਾਰਾਜ ਸਾਡੀਆਂ ਘਰ ਵਾਲੀਆਂ ਠੀਕ ਕਰ ਦਿਓ। ਕਹਿੰਦੇ ਭਾਈ ਜਿਹੋ ਜਿਹਾ ਇਹਨਾਂ ਦਾ ਖਿਆਲ ਸੀ ਇਹਨਾਂ ਨੂੰ ਫਲ ਮਿਲ ਗਿਆ। ਕਹਿੰਦੇ ਨਹੀਂ ਮਹਾਰਾਜ। ਪਾਤਸ਼ਾਹ ਕਹਿੰਦੇ ਠੀਕ ਤਾਂ ਹੋ ਜਾਣਗੀਆਂ, ਪਰ ਜਿੰਨਾ ਚਿਰ ਤੁਸੀਂ ਇਹ ਪੁੱਠਾ ਕੰਮ ਨਹੀਂ ਛੱਡਦੇ ਉਹਨਾਂ ਚਿਰ ਨਹੀਂ ਠੀਕ ਹੋ ਸਕਦੀਆਂ। ਇਹ ਤੁਹਾਨੂੰ ਜਾਦੂ ਮਾਰਨੇ ਬੰਦ ਕਰਨੇ ਪੈਣਗੇ। ਉੱਥੇ ਪਾਤਸ਼ਾਹ ਨੇ ਸ਼ਬਦ ਉਚਾਰਿਆ, ਕੱਲਰ ਕੀਆਂ ਬਣਜਾਰੀਆਂ ਝੂਠੇ ਅਮਲ ਕਰੇਨ, ਝੂਠੇ ਕਰਮ ਕਰੇਨ, ਅਮਲਾ ਬਾਝੋਂ ਨਾਨਕਾ ਕਿਉਂ ਕਰ ਕੰਤ ਮਲੇਣ। ਕੰਤਾਂ ਤੋਂ ਵਿਛੜ ਗਈਆਂ, ਪਸ਼ੂਆਂ ਦੀ ਜੂਨੀ ਵੀ ਚਲੀ ਗਈਆਂ ਇਸਤਰੀ ਤੋਂ। ਗੁਰੂ ਪਿਆਰਿਓ, ਕੱਲਰ ਦੀਆਂ ਬਣਜਾਰੀਆਂ, ਝੂੰਗੇ ਮੁਸ਼ਕ ਮਗੇਣ। ਝੂੰਗੇ ਕੀ ਹੁੰਦੇ ਆ? ਮੱਛੀ ਦਾ ਪੂੰਗ, ਛੋਟੇ ਛੋਟੇ ਬੱਚੇ। ਮੱਛੀ ਦਾ ਪੂੰਗ ਕਿੱਥੇ ਪੈਦਾ ਹੁੰਦਾ? ਕਲਰਾਂ ਦੇ ਵਿੱਚ, ਜਿੱਥੇ ਥੋੜ੍ਹਾ ਜਿਹਾ ਟੋਹੇ 'ਚ ਪਾਣੀ ਖੜ੍ਹ ਜੇ। ਧਰਤੀ ਵਿੱਚ ਫਸਲ ਤਾਂ ਕੋਈ ਹੁੰਦੀ ਨਹੀਂ, ਉੱਥੇ ਜਲ ਜੰਤੂ ਪੈਦਾ ਹੋ ਜਾਂਦੇ ਆ, ਉਹਨਾਂ ਨੂੰ ਝੂੰਗੇ ਕਹਿੰਦੀਆਂ। ਕੱਲਰ ਦੀਆਂ ਬਣਜਾਰੀਆਂ ਨੂੰ ਝੂੰਗੇ ਹੀ ਮਿਲਣੇ ਆ। ਕੱਲਰ ਕੀਆਂ ਬਣਜਾਰੀਆਂ, ਝੂੰਗੇ ਮੁਸ਼ਕ ਮੰਗੇਨ, ਇਹ ਚੀਜ਼ਾਂ ਹੀ ਪ੍ਰਾਪਤ ਕਰਦੀਆਂ। ਅਮਲਾ ਬਾਝੋ ਨਾਨਕਾ ਕਿਉਂ ਕਰ ਕੰਤ ਮਲੇਨ। ਜਦੋਂ ਉਹਨਾਂ ਨੇ ਬਹੁਤੀਆਂ ਮਿੰਨਤਾਂ ਕੀਤੀਆਂ, ਫਿਰ ਤਾਂ ਪਿੰਡ ਵਾਲੇ ਇਕੱਠੇ ਹੋ ਗਏ। ਇਹ ਕੌਤਕ ਵੇਖ ਕੇ ਵੀ ਫਲਾਨਾ ਸਾਧ ਆਇਆ ਸੀ, ਉਸ ਨੇ ਇੱਦਾਂ ਕਰਤਾ ਫਲਾਨਿਆਂ ਦੇ ਘਰੇ, ਕਿਉਂਕਿ ਕਚੰਬ ਜਿਹਾ ਹੋ ਜਾਂਦਾ। ਲੋਕ ਇਕੱਠੇ ਹੋ ਗਏ ਸਾਰੇ ਪਿੰਡ ਵਾਲੇ। ਉੱਥੇ ਬਾਬਾ ਜੀ ਨੇ ਉਪਦੇਸ਼ ਦੇ ਕੇ ਉਹਨਾਂ ਨੂੰ ਫਿਰ ਇਹ ਜਾਦੂ ਆਦਿ ਮਾਰਨ ਤੋਂ ਰੋਕਿਆ, ਔਰ ਪਾਤਸ਼ਾਹ ਜੀ ਨੇ ਫਿਰ ਕਿਰਪਾ ਕਰਕੇ ਉਹਨਾਂ ਨੂੰ ਠੀਕ ਕਰਤਾ। ਉਹ ਘਰ ਚਲੀਆਂ ਗਈਆਂ। ਪਾਤਸ਼ਾਹ ਐਸੇ ਕੌਤਕ ਕਰਦੇ ਸਨ ਤਾਂ ਕਿ ਸੰਸਾਰ ਜਿਹੜਾ ਸਿੱਧੇ ਰਸਤੇ ਪੈ ਜਾਵੇ। ਕਈ ਲੋਕ ਕਰਾਮਾਤਾਂ ਦੇ ਨਾਲ ਸਿੱਧੇ ਕੀਤੇ, ਕਈ ਲੋਕਾਂ ਨੂੰ ਪਾਤਸ਼ਾਹ ਨੇ ਗਿਆਨ ਨਾਲ ਸਿੱਧਾ ਕੀਤਾ। ਕਰਾਮਾਤ ਐਸੀ ਤਾਂ ਕਰਦੇ ਆ ਕਿ ਲੋਕ ਇਕੱਠੇ ਹੋ ਜਾਣ ਅਨੇਕਾਂ ਤਰ੍ਹਾਂ ਦੇ ਨਾਲ, ਤੇ ਇੱਕ ਵਾਰੀ ਦੂਜੇ ਪਾਸਿਓਂ ਮੁੜਨ ਲੱਗੇ ਤੇ ਦੂਜੇ ਨਗਰ ਦੇ ਵਿੱਚ ਜਿਹੜੀਆਂ ਬੀਬੀਆਂ ਬਾਹਰ ਪਾਣੀ ਲੈਣ ਗਈਆਂ ਸੀ ਤੇ ਜਦ ਮੁੜ ਕੇ ਆਈਆਂ ਤੇ ਗੁਰੂ ਪਿਆਰਿਓ ਪਾਤਸ਼ਾਹ ਜੀ ਖੜੇ ਸਨ। ਕਹਿੰਦੇ ਸਾਡਾ ਇੱਥੇ ਬੰਦਾ ਆਇਆ, ਮਰਦਾਨਾ ਹੀ ਉਹਨਾਂ ਨੇ ਬੰਨਿਆ ਸੀ। ਤੇ ਉਹ ਕਹਿੰਦੀਆਂ ਵੀ ਸਾਨੂੰ ਤਾਂ ਪਤਾ ਨਹੀਂ ਗਾ। ਤੇ ਜਿਹੜੀ ਆਉਂਦੀ ਸੀ ਪਾਤਸ਼ਾਹ ਨੇ ਉਸ ਦੇ ਉੱਤੇ ਮੰਤਰ ਮਾਰਿਆ, ਭਾਵ ਇੱਕ ਓਂਕਾਰ ਕਿਹਾ। ਜਿਹੜਾ ਘੜਾ ਸੀ ਉਹਦੇ ਸਿਰ ਨਾਲ ਜੁੜ ਗਿਆ, ਉਹ ਤੋਂ ਲੱਥੇ ਨਾ ਮੁੜ ਕੇ। ਜਦੋਂ ਨਾ ਲੱਥਿਆ ਤਾਂ ਗੁਰੂ ਪਿਆਰਿਓ ਫਿਰ ਉਹਨਾਂ ਪਿੰਡ ਵਾਸੀਆਂ ਨੇ ਆਪਣੀ ਵੱਡੀ ਜਾਦੂਗਰਨੀ ਆ ਉਹਨਾਂ ਦੀ ਨੂਰ ਸ਼ਾਹ, ਇਹਨਾਂ ਸਾਰੀਆਂ ਦੀ ਉਸਤਾਦ ਆ ਉਹਨੂੰ ਜਾ ਕੇ ਦੱਸਿਆ ਵੀ 2 ਸਾਧੂ ਸਾਡੇ ਨਗਰ 'ਚ ਆਏ ਨੇ, ਉਹਨਾਂ ਨੇ ਇਸ ਤਰ੍ਹਾਂ ਫਲਾਨਿਆਂ ਦੀ ਇਸਤਰੀ ਦੇ ਸਿਰ 'ਤੇ ਘੜਾ ਜੋੜਤਾ ਤੇ ਉਹ ਲਹਿੰਦਾ ਨਹੀਂ ਗਾ। ਉਹ ਕਹਿੰਦੀ ਆਪਣੇ ਮੰਤਰ ਮਾਰੋ, ਆਪਣੀਆਂ ਚੇਲੀਆਂ ਨੂੰ ਭੇਜਦੀ ਆ, ਜਾਓ ਆਹ ਮੰਤਰ ਮਾਰੋ, ਆਹ ਮੰਤਰ ਮਾਰੋ। ਸਾਰੇ ਮੰਤਰ ਮਾਰ ਮਾਰ ਕੇ ਜ਼ੋਰ ਲਾ ਲਿਆ, ਉਹਦਾ ਘੜਾ ਸਿਰ ਤੋਂ ਨਾ ਲੱਥਾ। ਜੋ ਸਵੇਰ ਤੋਂ ਸਿਰ 'ਤੇ ਘੜਾ ਜੁੜਿਆ, ਪਿਛਲਾ ਪੈਰ ਹੋ ਗਿਆ। ਗੁਰੂ ਪਿਆਰਿਓ ਫਿਰ ਇਹਨਾਂ ਨੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਉਣਾ ਕੀਤਾ। ਉਹ ਨੂਰ ਸ਼ਾਹ ਵੀ ਆਈ ਫਿਰ ਰਾਣੀ, ਉਹਦਾ ਵੀ ਜ਼ੋਰ ਲੱਗਿਆ, ਉਹ ਤੋਂ ਵੀ ਘੜਾ ਨਾ ਲੱਥਾ। ਇਹਨਾਂ ਨੇ ਮਿੰਨਤਾਂ ਕੀਤੀਆਂ ਪਾਤਸ਼ਾਹ ਜੀ ਦੀਆਂ। ਪਾਤਸ਼ਾਹ ਕਹਿੰਦੇ ਆ ਪੁੱਠਾ ਕੰਮ ਬੰਦ ਕਰੋ, ਜਿਹੜਾ ਜਾਦੂ ਮਾਰ ਕੇ ਯਾਤਰੂਆਂ ਨੂੰ ਤੁਸੀਂ ਫਸਾ ਲੈਂਦੇ ਹੋ, ਇਹ ਗਲਤ ਕੰਮ ਹੈ, ਤੁਹਾਡੇ ਵਾਸਤੇ ਠੀਕ ਨਹੀਂ ਹੈ, ਬੰਦ ਕਰੋ। ਨੂਰ ਸ਼ਾਹ ਜਿਹੜੀ ਆ ਬੇਨਤੀਆਂ ਕਰਦੀ ਆ, ਜੀ ਤੁਹਾਡਾ ਮੰਤਰ ਸਾਨੂੰ ਸਿਖਾ ਦਿਓ। ਕਹਿੰਦੇ ਸਾਡਾ ਮੰਤਰ ਘੜੇ ਜੋੜਨ ਵਾਲਾ ਨਹੀਂ ਹੈਗਾ, ਸਾਡਾ ਮੰਤਰ ਕਿਸੇ ਨੂੰ ਦੁੱਖ ਦੇਣ ਵਾਸਤੇ ਨਹੀਂ ਹੈਗਾ। ਇਸ ਕਰਕੇ ਅਖੀਰ ਜਦੋਂ ਸਾਰਿਆਂ ਨੇ ਮਿੰਨਤਾਂ ਕੀਤੀਆਂ, ਪਾਤਸ਼ਾਹ ਜੀ ਦੀ ਗੱਲ ਮੰਨੀ। ਕਹਿੰਦੇ ਵਾਹਿਗੁਰੂ ਕਹਿ ਕੇ ਚੱਕ ਲੋ ਘੜਾ। ਜਦੋਂ ਉਹਨਾਂ ਨੇ ਇੱਦਾਂ ਸਤਨਾਮ ਵਾਹਿਗੁਰੂ ਕਿਹਾ ਤੇ ਸਿਰ ਤੋਂ ਘੜਾ ਲੈ ਗਿਆ। ਕਹੋ ਸਤਨਾਮ। ਤੋ ਇਸ ਤਰ੍ਹਾਂ ਜੰਜਾਲਾਂ ਦੇ ਵਿੱਚ, ਜਾਲ ਦੇ ਵਿੱਚ, ਲੋਕਾਂ ਨੂੰ ਜਾਲ ਵਿੱਚ ਫਸਾਉਣਾ। ਸੱਜਣ ਠੱਗ ਨੇ ਜਾਲ ਬਣਾਇਆ ਹੋਇਆ, ਕਿੰਨੇ ਲੋਕਾਂ ਨੂੰ ਤਾਰਿਆ ਕਿ ਇੱਕ ਥਾਂ 'ਤੇ ਗੁਰੂ ਪਿਆਰਿਓ ਲੋਕ ਬੰਦਿਆਂ ਦੀ ਬੋਲੀ ਲਾਉਂਦੇ ਆ ਪਸ਼ੂਆਂ ਵਾਂਗੂ। ਯਾਤਰੂਆਂ ਨੂੰ, ਬਾਹਰੀ ਲੋਕਾਂ ਨੂੰ ਫੜ ਕੇ ਲੈ ਜਾਂਦੇ ਆ ਤੇ ਵੇਚਦੇ ਆ, ਗਾਂ ਗੁਲਾਮ ਬਣਾ ਕੇ ਰੱਖਦੇ ਆ। ਉੱਥੇ ਪਾਤਸ਼ਾਹ ਗੁਲਾਮ ਬਣ ਕੇ ਵਿਕੇ। ਉੱਥੋਂ ਦੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਜਾਲ ਜੰਜਾਲ ਫਸੇ ਜੋ ਮਿਲੇ, 3 ਦਾਸਨ ਬਰਿੰਦ ਵਿਕਾਰਨ ਜਾਲ। ਜਿਹੜੇ ਜਾਲਾਂ ਜੰਜਾਲਾਂ ਵਿੱਚ ਫਸੇ ਹੋਏ ਸੀਗੇ, ਜਿਹੜੇ ਤੇਰੇ ਚਰਨਾਂ ਨਾਲ ਜੁੜ ਗਏ, ਉਹਨਾਂ ਦੇ ਵਿਕਾਰਾਂ ਰੂਪੀ ਜਾਲ ਨੂੰ
ਕੱਟ ਦਿੱਤਾ ਹੈ ਜੀ। जालन को उपदेश बखान के श्री सतनाम की दे जपमाल। ਔਰ ਤੁਸੀਂ ਉਹਨਾਂ ਜਾਲਾਂ ਵਿੱਚ ਫਸੀਆਂ ਹੋਇਆਂ ਨੂੰ ਕੱਢ ਕੇ ਸਤਨਾਮ ਦੀ ਮਾਲਾ ਦਿੱਤੀ ਆ, ਪਰਮੇਸ਼ਰ ਦੇ ਨਾਮ ਦਾ ਜਾਪ ਦਿੱਤਾ ਹੈ। मालिक दीन दुनी गुर अंगद बंधन ते कर देत निहाल। ਔਰ ਫਿਰ ਦੀਨ ਦੇ ਮਾਲਕ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਉਹ ਜੋਤ ਦਿੱਤੀ ਆ। ਇੱਥੇ ਭਾਈ ਸੰਤੋਖ ਸਿੰਘ ਕਵੀ ਪਹਿਲੇ ਪਾਤਸ਼ਾਹ ਨਮਸਕਾਰ ਕਰਕੇ ਫਿਰ ਦੂਜੇ ਨੂੰ ਕਰਦੇ ਆ। ਹੀ ਸੰਸਾਰ ਦੇ ਦੀਨ ਦੁਨੀ ਦੇ ਮਾਲਕ ਗੁਰੂ ਅੰਗਦ ਦੇਵ ਜੀ, ਤੁਸੀਂ ਤਾਂ ਜੀਵਾਂ ਨੂੰ ਦੇਖ ਕੇ ਨਿਹਾਲ ਕਰ ਦਿੰਦੇ ਹੋ। ਸਤਿਗੁਰੂ ਅੰਗਦ ਦੇਵ ਜੀ ਦੇ ਵਾਰ 'ਤੇ ਕਥਾ ਹੈ ਕਿ ਜਦੋਂ ਪਾਤਸ਼ਾਹ ਤੜਕੇ ਅੰਮ੍ਰਿਤ ਵੇਲੇ ਇੱਦਾਂ ਬੈਠ ਜਾਂਦੇ ਨਾ ਸਿਮਰਨ ਦੇ ਵਿੱਚ, ਤੇ ਦਿਨ ਚੜ੍ਹਦੇ ਤੱਕ ਬੈਠੇ ਰਹਿੰਦੇ। ਸੰਗਤਾਂ ਨੇ ਫੀਲ ਕੀਤਾ ਵੀ ਜਦੋਂ ਗੁਰੂ ਸਾਹਿਬ ਸਿਮਰਨ 'ਚੋਂ ਨਿਕਲ ਕੇ ਧਿਆਨ ਕੱਢ ਕੇ ਸਾਹਮਣੇ ਨਿਗਾਹ ਮਾਰਦੇ ਆ ਤੇ ਜਿੰਨੇ ਮੂਹਰੇ ਬੈਠੇ ਹੁੰਦੇ ਆ ਸਾਰਿਆਂ ਦੇ ਉੱਤੇ ਕਿਰਪਾ ਹੋ ਜਾਂਦੀ। ਕਹੋ ਸਤਨਾਮ। ਇਸ ਕਰਕੇ ਭਾਈ ਸੰਤੋਖ ਸਿੰਘ ਕਵੀ ਇੱਥੇ ਉਹ ਸਾਖੀ ਦਾ ਵਰਣਨ ਕਰਦੇ ਆ ਵੀ ਜਦੋਂ ਤੁਸੀਂ ਕਿਤੇ ਕਿਰਪਾ ਦ੍ਰਿਸ਼ਟੀ ਪਾਉਂਦੇ ਹੋ ਤੇ ਉਹਨਾਂ ਨੂੰ ਨਿਹਾਲ ਕਰ ਦਿੰਦੇ ਹੋ। हाल बनो परलोक तिने नह फिर फसे कबू जमजाल। ਔਰ ਉਹਨਾਂ ਦਾ ਹਾਲ ਭਲੋ ਦੁਨੀਆ ਵਿੱਚ ਵੀ ਹਾਲ ਚੰਗਾ ਹੋ ਜਾਂਦਾ ਹੈ, ਉਹਨਾਂ ਦੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ। ਉਠ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਜਦੋਂ ਤੇਰੀ ਕਿਰਪਾ ਹੋ ਜਾਵੇ ਹਾਲ ਭਲੋ ਇੱਥੇ ਸੁਖੀ ਹੋ ਜਾਂਦੇ ਐ, ਪਰਲੋਕ ਤਿਨੇ ਪਰਲੋਕ ਵੀ ਸਫਲਾ ਹੋ ਜਾਂਦਾ ਹੈ। ਨਾ ਫੇਰ ਬਸੇ ਕਬਹੂ ਜਮ ਜਾਲ, ਫਿਰ ਉਹ ਜੀਵ ਜਮਾਂ ਦੇ ਜਾਲ ਵਿੱਚ ਨਹੀਂ ਫਸਦੇ ਜੀ। सवैया मोहिर दे बस के निसवासुर नास कलेश करो होए मोहना। ਮਹਾਰਾਜ ਕਿਰਪਾ ਕਰੋ। ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਜੀ ਦਾ ਵੀ ਧੰਨਵਾਦ ਕਰਦੇ ਆ। ਭਾਈ ਸੰਤੋਖ ਸਿੰਘ ਜੀ ਕਵੀ ਸ਼ੁਕਰੀਆ ਕਰਦੇ ਹਨ। ਮਹਾਰਾਜ ਕਿਰਪਾ ਕਰੋ ਮੇਰੇ ਵੀ ਹਿਰਦੇ ਵਿੱਚ ਵਸ ਜਿਓ। ਔਰ ਕਿੰਨਾ ਚਿਰ ਨਿਸਵਾਸਰ ਦਿਨ ਰਾਤ ਮੇਰੇ ਹਿਰਦੇ ਵਿੱਚ ਬੈਠ ਜਾਓ। ਹਾਂ ਤੁਮਰੀ ਕਰੋ ਪ੍ਰਭ। ਪਾਤਸ਼ਾਹ ਮੈਂ ਤੇਰੀ ਉਡੀਕ ਕਰ ਰਿਹਾ, ਪ੍ਰਭ ਮੋਹੇ ਕਬ ਗਲ ਲਾਵੋਗੇ, ਮੈਨੂੰ ਕਦੋਂ ਗਲੇ ਲਾਓਗੇ। ਹਾਂ ਤੁਮਰੀ ਕਰੋ ਨਿਤਿਆਸ ਪ੍ਰਭ, ਮੋਹੇ ਕਬ ਗਲ ਲਾਵੋਗੇ, ਮੈਨੂੰ ਵੀ ਗਲੇ ਲਾ ਲਓ। ਲਾਵੇਂਗੇ ਤਾਂ ਪ੍ਰੀਤਮ ਜੀ ਕਹਿੰਦੇ ਮੋਹੇ ਹਿਰਦੈ ਵਸ ਕੇ ਨਿਸਵਾਸਰ, ਪਾਤਸ਼ਾਹ ਮੇਰੇ ਹਿਰਦੇ ਵਿੱਚ ਬਹਿ ਜਾਓ ਔਰ ਵਿਸ ਕੇ ਨਾਸ਼ ਕਲੇਸ਼ ਕਰੋ ਹੋਏ ਮੋਹ ਨਾ, ਮੇਰੇ ਅੰਦਰੋਂ ਸੰਸਾਰ ਦਾ ਮੋਹ ਮਮਤਾ ਕੱਢ ਦਿਓ। मोहन के पित श्री गुरपूरन दासन के करता मन मोहन। ਹਾਂ ਮੋਹਨ ਸਤਿਗੁਰੂ ਅਮਰਦਾਸ ਜੀ ਦੇ ਪਿਤਾ ਜੀ ਹਨ। ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਹੈ, ਭਾਈ ਮੋਹਨ ਤੇ ਭਾਈ ਮੋਹਰੀ। ਇਸ ਕਰਕੇ ਇੱਥੇ ਸੰਬੋਧਨ ਕੀਤਾ ਮੋਹਨ ਕੇ ਪਿਤਾ ਕਰਕੇ। ਕਿਤੇ ਗੁਰੂ ਅਮਰਦਾਸ ਜੀ ਸੰਬੋਧਨ ਕਰਦੇ ਹਨ ਤੇਜੋ ਨੰਦਨ, ਤੇਜੋ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਹਨ। ਇਸ ਕਰਕੇ ਕਿਤੇ ਤੇਜੋ ਨੰਦਨ ਕਹਿ ਕੇ ਵੀ ਲਿਖਦੇ ਆ, ਗੁਰਬਾਣੀ ਵਿੱਚ ਤੇਜੋ ਨੰਦਨ ਲਿਖਿਆ ਸਵਈਆਂ ਵਿੱਚ ਭੱਟਾਂ ਨੇ। ਤੋ ਇੱਥੇ ਮੋਹਨ ਕੇ ਪਿਤਾ ਭਾਵ ਮੋਹਨ ਦੇ ਪਿਤਾ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾਸਨ ਕੇ ਕਰਤਾ ਮਨਮੋਹਨ, ਦਾਸਾਂ ਦੇ ਕਰਤੇ ਸਾਡੇ ਮਨ ਨੂੰ ਮੋਹ ਲੈਣ ਵਾਲੇ। मोहे ना लाभ को लोभ कभी न है, काम को काम अहंकार न क्रोहन। ਸੋਡੀ ਕਿਰਪਾ ਹੋ ਜਾਵੇ, ਹੋਏ ਨਾ ਲੋਭ ਕੋ ਲੋਭ, ਲੋਭ ਤਾਂ ਕੀ ਲੋਭ ਨੂੰ ਵੀ ਲੋਭ ਖਤਮ ਹੋ ਜਾਵੇ। ਸਾਨੂੰ ਤਾਂ ਲੋਭ ਹੋਣਾ ਕੀ ਹੈ, ਜੇ ਤੇਰੀ ਕਿਰਪਾ ਹੋ ਜਾਵੇ ਤੂੰ ਤਾਂ ਲੋਭ ਦਾ ਵੀ ਜਿਹੜਾ ਹੈ ਸੁਭਾਅ ਉਹ ਵੀ ਬਦਲ ਦੇਵੇਂ। ਕਹੋ ਸਤਨਾਮ। ਲਾਲਚ ਦਾ ਵੀ ਸੁਭਾਅ ਬਦਲ ਦੇਵੇਂ। ਹੋਏ ਨਾ ਲੋਭ ਕੋ ਲੋਭ ਕਵੇ, ਨੈ ਕਾਮ ਕੇ ਕਾਮ ਹੰਕਾਰ ਨਾ ਕ੍ਰੋਹਨ। ਕਾਮ ਦਾ ਸੁਭਾਅ ਬਦਲ ਜਾਵੇ, ਤੂੰ ਉਹਨਾਂ ਦਾ ਸੁਭਾਅ ਬਦਲ ਕੇ ਰੱਖ ਦੇਵੇਂ। ਜੇ ਤੇਰੀ ਕਿਰਪਾ ਹੋ ਜਾਵੇ ਮਨੁੱਖ ਦੇ ਇਹ ਪੰਜੇ ਵਿਕਾਰ ਹੀ ਖਤਮ ਹੋ ਜਾਣ। ਲੋਭ ਨੂੰ ਲੋਭ ਨਾ ਹੋਵੇ, ਕਾਮ ਨੂੰ ਕਾਮ ਨਾ ਹੋਵੇ, ਹੰਕਾਰ ਨੂੰ ਹੰਕਾਰ ਨਾ ਹੋਵੇ, ਕ੍ਰੋਧ ਦਾ क्रोध खत्म हो जावे। दोहसी ओट सदा निज दासन, दान को दीन करे निर्मोहन। ਆਪਣੇ ਦਾਸਾਂ ਦੀ ਪਹਾੜ ਵਰਗਾ ਆਸਰਾ। ਜਿਵੇਂ ਗੁਰੂ ਅਮਰਦਾਸ ਜੀ ਦੇ ਪ੍ਰਥਾਏ ਇਤਿਹਾਸ ਹੈ ਕਿ ਜਿਸ ਵੇਲੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਲੈ ਕੇ ਆਉਂਦੇ ਆ ਗੁਰੂ ਪਿਆਰਿਓ ਜਲ ਗਾਗਰ ਭਰ ਕੇ, ਇੱਕ ਦਿਨ ਪਾਤਸ਼ਾਹ ਨੇ ਕਿਹਾ ਸੀਗਾ ਭਾਵੇਂ ਉਮਰ ਸਤਿਗੁਰੂ ਅਮਰਦਾਸ ਜੀ ਦੀ ਵੱਡੀ ਆ,
ਗੁਰੂ ਅੰਗਦ ਦੇਵ ਜੀ ਦੀ ਉਮਰ ਛੋਟੀ ਆ, ਪਰ ਕਿਰਪਾ ਕਰਕੇ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਗੁਰੂ ਹਨ ਤੇ ਅਮਰਦਾਸ ਜੀ ਸੇਵਕ ਹੈ। ਤੇ ਇੱਕ ਦਿਨ ਕਿਹਾ, ਪੁਰਖਾ, ਇਹਨਾਂ ਨੂੰ ਮਹਾਂਪੁਰਖ ਜਾਂ ਪੁਰਖ ਕਹਿ ਕੇ ਬੁਲਾਉਂਦੇ ਸੀ, ਕਹਿੰਦੇ ਪੁਰਖਾ ਸਾਨੂੰ ਬਿਆਸਾ ਤੋਂ ਜਲ ਲਿਆ ਕੇ ਇਸ਼ਨਾਨ ਕਰਾਇਆ ਕਰ। ਉਹ ਦਿਨ ਹੱਦ ਤੜਕੇ ਇਸ਼ਨਾਨ ਕਰਨ ਤੋਂ ਪਹਿਲਾਂ ਹੀ ਆਪਣਾ ਗਾਗਰ ਚੱਕਦੇ ਆ ਔਰ ਚੱਲ ਪੈਂਦੇ ਆ ਖਡੂਰ ਸਾਹਿਬ ਤੋਂ, ਔਰ ਖਡੂਰ ਸਾਹਿਬ ਦੀ ਹੱਦ ਤੱਕ ਕਹਿੰਦੇ ਪਿਛਲੇ ਪੈਰੀਂ ਤੁਰਦੇ ਆ। ਖਡੂਰ ਸਾਹਿਬ ਦੇ ਕੱਲ ਮੂੰਹ ਕਰਕੇ ਦੂਜੇ ਪਾਸੇ ਪਿੱਠ ਕਰਕੇ ਚੱਲਦੇ ਆ। ਜਦੋਂ ਹੱਦ ਆ ਜਾਂਦੀ ਆ ਉੱਥੋਂ ਫਿਰ ਮੂੰਹ ਬਦਲਦੇ ਆ, ਬਿਆਸਾ ਕੰਨੀ ਮੂੰਹ ਕਰ ਲੈਂਦੇ ਆ, ਫਿਰ ਉੱਥੋਂ ਜਲ ਲੈ ਕੇ ਆਉਂਦੇ ਆ। ਸਮਾਂ ਬਤੀਤ ਹੁੰਦਾ ਗਿਆ, 12 ਸਾਲ ਸੇਵਾ ਹੋਈ ਆ। ਇਹ 12ਵੇਂ ਸਾਲ ਵੀ ਸੇਵਾ ਪਹੁੰਚੀ ਹੈ। ਤੇ ਗੁਰੂ ਪਿਆਰਿਓ, ਇੱਕ ਦਿਨ ਬੜੀ ਬਾਰਿਸ਼ ਹੋਈ, ਬੜਾ ਮੀਂਹ ਪਿਆ, ਤਾਂ ਕੀ ਹੋਇਆ, ਜਲ ਲਿਆਉਂਦੇ ਹੋਏ ਜਿਸ ਰਸਤੇ 'ਚੋਂ ਲੰਘ ਰਹੇ ਹੈ ਉਸ ਰਸਤੇ ਵੀ ਜੁਲਾਹਿਆਂ ਦੇ ਘਰ ਹੈ। ਤੇ ਜੁਲਾਹਿਆਂ ਨੇ ਆਪਣੀ ਤਾਣੀ ਨੂੰ ਸੈੱਟ ਕਰਨ ਵਾਸਤੇ, ਉਸ ਨੂੰ ਸਿੱਧੀ ਕਰਨ ਵਾਸਤੇ ਕਿੱਲੇ ਗੱਡੇ ਹੁੰਦੇ ਹੈ। ਕਿੱਲੇ ਤਾਂ ਭਾਵੇਂ ਸਾਈਡ 'ਤੇ ਗੱਡੇ ਸੀ, ਗਲੀ ਵਿੱਚ ਨਹੀਂ ਹੁੰਦੇ, ਪਰ ਉਦੋਂ ਗਲੀ ਚਿੱਕੜ ਬਹੁਤ ਸੀਗਾ, ਪਹਿਲਾਂ ਵੀ ਉੱਥੋਂ ਹੀ ਲੰਘਦੇ ਸੀਗੇ। ਬਾਰਿਸ਼ ਪਈ, ਮੀਂਹ ਪਿਆ, ਗਲੀ ਵਿੱਚ ਚਿੱਕੜ ਹੋ ਗਿਆ ਤੇ ਗੁਰੂ ਅਮਰਦਾਸ ਜੀ ਸਾਈਡ ਤੋਂ ਲੰਘ ਰਹੇ ਆ। ਜਿੱਥੇ ਸਾਈਡ 'ਤੇ ਕਿੱਲਾ ਗੱਡਿਆ ਸੀਗਾ ਉਹ ਕਿੱਲੇ ਵਿੱਚ ਪੈਰ ਅੜਕਿਆ, ਔਰ ਗੁਰੂ ਪਿਆਰੋ ਪੈਰ ਅੜਕਿਆ ਤੇ ਗਾਗਰ ਥੱਲੇ ਆਈ ਤੇ ਧਰਤੀ ਤੇ ਲੱਗੀ ਤੇ ਖੜਕਾ ਹੋਇਆ ਤੇ ਨਾਲ ਜੁਲਾਹਿਆਂ ਦਾ ਘਰ ਹੈ। ਤੇ ਭਾਈ ਜੁਲਾਹਾ ਕਹਿਣ ਲੱਗਿਆ, ਆਹ ਕਿਹੜਾ ਡਿੱਗਿਆ। ਤੇ ਜੁਲਾਹੀ ਨੂੰ ਪਤਾ ਸੀਗਾ 12 ਸਾਲ ਤੋਂ ਇੱਥੋਂ ਲੰਘ ਰਹੇ ਆ। ਕਹਿਣ ਲੱਗੀ, ਉਹੀ ਅਮਰੂ ਨਥਾਮਾ ਹੈ, ਕੁੜਮਾਂ ਦੇ ਪਾਣੀ ਭਰਦਾ ਫਿਰਦਾ। ਤੇ ਗੁਰੂ ਅਮਰਦਾਸ ਜੀ ਨੂੰ ਸੁਣ ਗਿਆ ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਝੱਲੀਏ ਸਾਨੂੰ ਤਾਂ ਥਾਂ ਮਿਲ ਗਿਆ, ਤੂੰ ਆਪ ਦਾ ਇੰਤਜ਼ਾਮ ਕਰ। ਹੁਣ ਰੱਬ ਦੇ ਪਿਆਰੇ ਸਭ ਨੂੰ ਇਹੀ ਕਹਿੰਦੇ ਆ ਨਾ ਵੀ ਰੱਬ ਨਾਲ ਜੁੜੋ ਭਾਈ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਨੂੰ ਤਾਂ ਥਾਂ ਮਿਲ ਗਿਆ, ਆਪ ਦਾ ਇੰਤਜ਼ਾਮ ਕਰ। ਪਰ ਮੂੰਹ ਚੋਂ ਨਿਕਲ ਗਿਆ, ਝੱਲੀਏ। ਸਾਧ ਜੇ ਬੋਲੇ ਸਹਿ ਸੁਭਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਇੱਥੇ ਤਾਂ ਝਾੜੂ ਮਾਰਨ ਵਾਲਿਆਂ ਵਿੱਚ ਰਿੱਧੀਆਂ ਸਿੱਧੀਆਂ ਆ ਜਾਂਦੀਆਂ, ਉਹ ਤਾਂ ਫਿਰ ਵੀ ਪੂਰੇ ਗੁਰੂ ਦੀ ਸੇਵਾ ਕਰ ਰਹੇ ਆ। ਕਹੋ ਸਤਿਨਾਮ। ਬਸ ਫੇਰ ਕੀ ਸੀਗਾ, ਉਹ ਝੱਲੀ ਹੋ ਗਈ, ਕਮਲੀ ਹੋ ਗਈ, ਕਮਲ ਮਾਰਨ ਲੱਗੀ, ਬਾਲ ਖੰਡਾਲੇ ਕੱਪੜੇ ਫੜਨ ਲੱਗੀ। ਜੁਲਾਹੇ ਨੂੰ ਵੀ ਸਮਝ ਆ ਗਈ ਵੀ ਮੂਰਖ ਨੇ ਮਹਾਂਪੁਰਸ਼ ਨੂੰ ਇੱਦਾਂ ਕਿਹਾ, ਤੇ ਉਹਨਾਂ ਦੇ ਮੁਖ ਚੋਂ ਨਿਕਲਿਆ। ਦਿਨ ਚੜ੍ਹ ਗਿਆ, ਦਿਨ ਚੜ੍ਹੇ, ਫਿਰ ਮਸਾਂ ਆਪਣੀ ਘਰਵਾਲੀ ਨੂੰ ਬਾਹੋਂ ਫੜਿਆ ਤੇ ਲਿਆ ਕੇ ਗੁਰੂ ਅੰਗਦ ਦੇਵ ਜੀ ਨੂੰ ਮਿਲਦਾ, ਮਹਾਰਾਜ ਜੀ ਨੂੰ ਠੀਕ ਕਰੋ। ਪਾਤਸ਼ਾਹ ਕਹਿੰਦੇ, ਕੀ ਹੋ ਗਿਆ? ਅੱਜ ਹੀ ਤੁਹਾਡੇ ਸੇਵਕ ਨੇ ਝੱਲੀ ਕਿਹਾ ਸੀ, ਉਦੋਂ ਦੀ ਝੱਲੀ ਹੋਈ ਆ, ਕਮਲੀ ਹੋਈ ਆ। ਪੁਰਖਾ ਤੂੰ ਦੱਸਿਆ ਨਹੀਂ ਕੀ ਹੋ ਗਿਆ? ਕੁਛ ਨਹੀਂ ਮਹਾਰਾਜ, ਇਹਨਾਂ ਨੇ ਬਾਹਰ 'ਚ ਡਿੱਗ ਪਏ ਸੀਗੇ। ਓਏ ਮੈਂ ਤਾਂ ਕਿੱਦਾਂ ਦਾ ਡਿੱਗਦਾ ਸੀ, ਤੂੰ ਡਿੱਗੇ ਤੇ ਮੈਂ ਚੱਕਾਂ। ਕਹੋ ਸਤਿਨਾਮ। ਭਾਵ ਜੇ ਸਿੱਖ ਡਿੱਗੇ ਆ ਕੇ ਫੇਰ ਹੀ ਗੁਰੂ ਚੱਕੇ ਨਾ। ਗੁਰੂ ਚਾਹੁੰਦਾ ਕਿ ਸਿੱਖ ਮੇਰੇ ਅੱਗੇ ਸਮਰਪਣ ਹੋਵੇ, ਫਿਰ ਮੈਂ ਬਾਹੋਂ ਖੜ ਕੇ ਕਹਾਂ ਕਿ ਖੜਾ ਹੋ ਪੁੱਤ, ਕੋਈ ਨੂੰ ਤੂੰ ਮੇਰਾ ਹੀ ਆ। ਕਹੋ ਸਤਿਨਾਮ। ਮੈਂ ਤਾਂ ਕਿੱਦਾਂ ਦਾ ਡਿੱਗਦਾ ਸੀ, ਤੂੰ ਡਿੱਗੇ ਤੇ ਮੈਂ ਚੱਕਾਂ। ਕੀ ਹੋਇਆ? ਕਹਿੰਦਾ ਜੀ ਕੁਛ ਨਹੀਂ, ਉੱਥੇ ਡਿੱਗ ਪਿਆ, ਇਹਨਾਂ ਦੇ ਕਿੱਲੇ 'ਚ ਪੈਰ ਅੜ ਗਿਆ। ਅੱਛਾ, ਤੇ ਖੜਕਾ ਹੋਇਆ ਤੇ ਭਾਈ ਸਾਹਿਬ ਕਹਿੰਦੇ ਵੀ ਕੌਣ ਡਿੱਗਿਆ? ਤੇ ਇਹ ਕਹਿੰਦੀ, ਉਹ ਅਮਰੂ ਨਥਾਵਾਂ ਹੈ, ਕੁੜਮਾਂ ਦੇ ਪਾਣੀ ਭਰਦਾ। ਮੈਂ ਕਿਹਾ ਚੱਲੀਏ, ਤੂੰ ਥਾਂ ਬਣਾ ਲਾ ਆਪਦਾ, ਮੈਨੂੰ ਤਾਂ ਥਾਂ ਮਿਲ ਗਿਆ। ਪਾਤਸ਼ਾਹ ਗੁਰੂ ਅੰਗਦ ਦੇਵ ਜੀ ਕਹਿੰਦੇ, ਸਿੱਖੋ ਇਹਦਾ ਬਚਨ ਪੂਰਾ ਹੋ ਗਿਆ ਹੁਣ ਅਮਰਦਾਸ ਜੀ ਦਾ, ਤੁਹਾਨੂੰ ਨਵਾਂ ਥਾਂ ਬਣਾਉਣਾ ਪੈਣਾ, ਇਹ ਫੇਰ ਠੀਕ ਹੋਊਗੀ। ਕਹੋ ਸਤਿਨਾਮ। ਉਹ ਘਰ ਸਾਨੂੰ ਦੇ ਦਿਓ, ਤੁਹਾਨੂੰ ਨਵੇਂ ਥਾਂ 'ਤੇ ਘਰ ਦਿੰਦੇ ਹਾਂ, ਤੁਸੀਂ ਉੱਥੇ ਜਾ ਕੇ ਰਹੋ, ਇਹ ਠੀਕ ਹੋ ਜੂਗੀ। ਉੱਦਾਂ ਹੀ ਹੋਇਆ। ਉਹ ਜਿਹੜਾ ਘਰ ਜਿੱਥੇ ਗੁਰੂ ਅਮਰਦਾਸ ਦਾ ਪੈਰ ਅੜਕਿਆ ਸੀਗਾ, ਉਹ ਘਰ ਪਾਤਸ਼ਾਹ ਜੀ ਨੇ ਲੈ ਲਿਆ, ਉਹਨਾਂ ਨੂੰ ਨਵਾਂ ਘਰ ਦੇ ਤਾ ਹੋਰ ਕਿਤੇ, ਉਹ ਠੀਕ ਕਰਤੀ। ਤੇ ਜਿਸ ਵੇਲੇ ਗੁਰੂ ਅੰਗਦ ਦੇਵ ਜੀ ਨੇ ਸਰੀਰ ਤਿਆਗਿਆ, ਅਮਰਦਾਸ ਜੀ ਨੂੰ ਗੱਦੀ ਦੇ ਕੇ, ਉਹਨਾਂ ਜਿਹੜਾ ਅੰਤਮ ਸੰਸਕਾਰ ਉੱਥੇ ਹੀ ਹੋਇਆ ਸੀ। ਕਹੋ ਸਤਿਨਾਮ। ਤਾਂ ਜਿਸ ਵੇਲੇ ਇਹ ਗੱਲ ਸੁਣੀ ਸਾਰੀ, ਤੇ ਗੁਰੂ ਅੰਗਦ ਦੇਵ ਜੀ ਕਹਿੰਦੇ, ਪੁਰਖਾ ਸੰਗਤਾਂ ਨੂੰ ਸੱਦ ਲਿਆ, ਲਓ ਵੀ ਸਿੱਖੋ, ਮੈਂ ਇਹ ਗੁਰਤਾ ਗੱਦੀ ਹੁਣ ਅੱਗੇ ਦੇਣ ਲੱਗਿਆ, ਮੇਰਾ ਸਮਾਂ ਸਮਾਪਤ ਹੈ, ਮੇਰਾ ਸਮਾਂ ਨੇੜੇ ਆ ਗਿਆ। ਔਰ ਸਾਰੀ ਸੰਗਤ ਨੂੰ ਇਕੱਤਰ ਕਰਕੇ ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਾ ਕੇ, ਨਵੇਂ ਵਸਤਰ ਪਹਿਨਾ ਕਰਕੇ, ਆਪਣੇ ਕੋਲ ਬਿਠਾ ਕਰਕੇ ਉਹਨਾਂ 'ਤੇ ਕਿਰਪਾ ਕਰਦੇ ਆ। ਤੇ ਨਾਲੇ ਕਹੀ ਜਾਂਦੇ ਆ, ਤੂੰ ਤਾਂ ਨਿਮਾਣਿਆਂ ਦਾ ਮਾਣ ਹੈ, ਤੂੰ ਤਾਂ ਨਿਤਾਣਿਆਂ ਦਾ ਤਾਣ ਹੈ, ਤੂੰ ਤਾਂ ਨਿਓਟਿਆਂ ਦੀ ਓਟ ਹੈ, ਤੂੰ ਤਾਂ ਨਿਆਸਰਿਆਂ ਦਾ ਆਸਰਾ ਹੈ, ਤੂੰ ਤਾਂ ਨਗਤਿਆਂ ਦੀ ਗਤ ਹੈ, ਤੂੰ ਤਾਂ ਨਪਤਿਆਂ ਦੀ ਪਤ ਹੈ। ਗੁਰੂ ਅਮਰਦਾਸ ਮਹਿਮਾ ਦੇਹੋ
ਜੀ ਓਟ ਸਦਾ ਨਿਜ ਦਾਸਨ, ਨਿਉਟਿਆਂ ਦੀ ਓਟ ਨਿਮਾਣਿਆਂ ਦਾ ਮਾਣ। ਭਾਈ ਸਾਹਿਬ ਜੀ ਇਤਿਹਾਸ ਨੂੰ ਲੈ ਕੇ, ਗੁਰਬਾਣੀ ਨੂੰ ਲੈ ਕੇ ਹੀ ਛੰਦਾਬੰਦੀ ਬਣਾਈ ਆ। ਇਹਦੇ ਵਿੱਚੋਂ ਗੁਰਬਾਣੀ ਦੇ ਵੀ ਇਤਿਹਾਸ ਨਿਕਲ ਆਉਂਦੇ, ਗੁਰਬਾਣੀ ਦੇ ਸ਼ਬਦ ਵੀ ਨਿਕਲ ਆਉਂਦੇ ਆ। ਤਾਂ ਗੁਰੂ ਅਮਰਦਾਸ ਜੀ ਨੂੰ ਬੇਅੰਤ ਵਡਿਆਈਆਂ ਦੇ ਕਰਕੇ ਉਹਨਾਂ ਨੇ ਜਿਹੜਾ ਗੁਰਤਾ ਗੱਦੀ ਦਿੱਤੀ ਆ। ਭਾਈ ਸਾਹਿਬ ਜੀ ਕਹਿੰਦੇ ਮੈਨੂੰ ਵੀ ਉਹ ਓਟ ਆਸਰਾ ਦਿਓ, ਦੀਨ ਕਰੋ ਨਿਰਮੋਹਣ, ਮੈਨੂੰ ਵੀ ਮੋਹ ਮਮਤਾ ਚੋਂ ਕੱਢ ਦਿਓ। ਅੱਗੇ ਫਿਰ ਚੌਥੇ ਪਾਤਸ਼ਾਹ ਦੀ ਸਿਫਤ ਕਿਵੇਂ ਕਰਦੇ ਆ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ, ਸਮਾਂ ਸਮਾਪਤੀ ਤੇ ਆ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगन, हे पूरन हे सर्व मैं, हे संगी हे निरंकार, हे निर्गुण सब, हे गोविंद हे गुण निधान, हे अपरंपर हर हरे, हे संत कै सदा संग, हे ठाकुर हूँ दासरो, नानक दीजै नाम दान, आए प्रभ शरणागति, एक अखर हर मन बसत, एक ओंकारा सतगुरु, वाहिगुरु जी की फतेह है, वाहिगुरु जी की फतेह है, वाहिगुरु जी का खालसा, वाहिगुरु जी की फतेह।